ਸਤਿ ਸ਼੍ਰੀ ਅਕਾਲ ਸਟੂਡੈਂਟਸ। ਲਾਸਟ ਟਾਈਮ ਆਪਾਂ ਇਲੈਕਟ੍ਰੀਕਲ ਪਾਵਰ 2 ਦੇ ਵਿੱਚ ਵੈਕਿਊਮ ਸਰਕਟ ਬ੍ਰੇਕਰ ਨੂੰ ਸਟੱਡੀ ਕਰ ਲਿਆ ਸੀ। ਸੋ ਸਰਕਟ ਬ੍ਰੇਕਰ ਦੀਆਂ ਕਲਾਸੀਫਿਕੇਸ਼ਨਸ ਜਿਹੜੀਆਂ ਸੀਗੀਆਂ ਉਹ ਲਾਸਟ ਟਾਈਮ ਖਤਮ ਹੋ ਚੁੱਕੀਆਂ ਆਪਣੀਆਂ, ਜਿੰਨੇ ਵੀ ਆਪਾਂ 5 ਤਰ੍ਹਾਂ ਦੇ ਸਰਕਟ ਬ੍ਰੇਕਰ 'ਚ ਸਟੱਡੀ ਕਰ ਲਏ ਸੀ। ਅੱਜ ਆਪਾਂ ਜਿਹੜਾ ਅੱਜ ਤੋਂ ਟੌਪਿਕ ਸਟਾਰਟ ਕਰਨਾ ਉਹਦਾ ਨਾਮ ਹੈ ਬੱਸ ਬਾਰ ਅਰੇਂਜਮੈਂਟ। ਕਿ ਜਿਹੜੀਆਂ ਆਪਣੀਆਂ ਬੱਸ ਬਾਰਸ ਹੁੰਦੀਆਂ ਉਹ ਕਿਸ ਅਰੇਂਜਮੈਂਟ ਦੇ ਵਿੱਚ ਆਪਾਂ ਜਿਹੜਾ ਸਬ ਸਟੇਸ਼ਨ ਦੇ ਵਿੱਚ ਉਹਨੂੰ ਆਪਾਂ ਅਰੇਂਜ ਕਰਦੇ ਹਾਂ। ਸੋ ਸਭ ਤੋਂ ਪਹਿਲਾਂ ਆਪਾਂ ਨੂੰ ਜਿਹੜਾ ਆ ਬੱਸ ਬਾਰ ਦੇ ਬਾਰੇ ਪਤਾ ਹੋਣਾ ਚਾਹੀਦਾ ਕਿ ਬੱਸ ਬਾਰ ਕੀ ਚੀਜ਼ ਹੁੰਦੀ ਆ। ਸੋ ਤੁਸੀਂ ਆਪਣੇ ਕਾਲਜ ਦੇ ਵਿੱਚ ਵੀ ਦੇਖਿਆ ਹੋਣਾ ਕਿ ਅਲੱਗ-ਅਲੱਗ ਜਗ੍ਹਾ ਦੇ ਉੱਪਰ ਨਾ ਬਾਕਸਿਸ ਲੱਗੇ ਹੋਏ ਆ। ਉਹ ਬਾਕਸਿਸ ਦੇ ਵਿੱਚ ਕੀ ਆ, ਆਪਾਂ ਬਾਰਸ ਲਗਾਈਆਂ ਹੋਈਆਂ ਐਲੂਮੀਨੀਅਮ ਦੀਆਂ। ਸੋ ਉਹ ਜਿਹੜੀਆਂ ਐਲੂਮੀਨੀਅਮ ਦੀਆਂ ਬਾਰਸ ਆ ਉੱਥੋਂ ਆਪਾਂ ਕੀ ਆ ਨਟ ਬੋਲਟ ਟਾਈਟ ਕਰਕੇ ਥਿੰਬਲ ਦੇ ਨਾਲ ਕਨੈਕਸ਼ਨ ਜਿਹੜੇ ਅੱਗੇ ਦਿੱਤੇ ਹੋਏ ਆ। ਸੋ ਇੱਕ ਕੇਬਲ ਜਿਹੜੀ ਆ ਉੱਥੋਂ ਆਉਂਦੀ ਆ, ਇੱਕ ਕੇਬਲ ਅੱਗੇ ਆਉਂਦੀ ਆ, ਉਹ ਬੱਸ ਬਾਰ ਦੇ ਨਾਲ ਕਨੈਕਟ ਹੁੰਦੇ ਆ। 3 ਫੇਸ ਦਾ ਅਤੇ ਇੱਕ ਬੱਸ ਬਾਰ ਦੀ ਨਿਊਟਰਲ, ਯਾਨੀ ਕਿ ਟੋਟਲ 4 ਉੱਥੇ ਬੱਸ ਬਾਰਸ ਹੁੰਦੀਆਂ। ਕੋਈ ਬੱਸ ਬਾਰ ਜਿਹੜਾ ਹੁੰਦਾ, ਬੱਸ ਬਾਰ ਜਿਹੜਾ ਆ ਇੱਕ ਕੋਈ ਆਪਣੇ ਅਲੱਗ ਤੋਂ ਕੋਈ ਇਕਵਿਪਮੈਂਟ ਨਹੀਂ ਆ। ਬੱਸ ਬਾਰ ਇੱਕ ਥਿਕ ਕੰਡਕਟਰ ਹੀ ਹੁੰਦਾ ਆ, ਜਿਹਨੂੰ ਆਪਾਂ ਕੀ ਕਰਦੇ ਆ ਅੱਗੇ ਡਿਵਾਈਡ ਕਰਨ ਵਾਸਤੇ ਸਰਕਟ ਨੂੰ ਯੂਜ਼ ਕਰਦੇ ਆ। ਸੋ ਇੱਕ ਆਪਣੇ ਕੋਲ ਮੇਨ ਕੇਬਲ ਆਉਂਦੀ ਆ, ਮੰਨ ਲਓ 3 ਫੇਸ 4 ਵਾਇਰ ਆਪਣੇ ਕੋਲ ਸਿਸਟਮ ਆ। ਉਹਦੇ ਵਿੱਚ ਆਪਣੇ ਕੋਲ ਕੀ ਆ 3 ਫੇਸ ਇੱਕ ਨਿਊਟਰਲ ਆਏ। ਸੋ ਉਹ ਕੀ ਹੋਣਾ, ਉਹ ਹਰ ਫੇਸ ਆਪਾਂ ਜਿਹੜਾ ਹੈ ਇੱਕ ਬਾਰ ਦੇ ਨਾਲ ਜਿਹੜਾ ਆ ਲਿੰਕ ਕਰ ਦੇਣਾ, ਨਟ ਬੋਲਟ ਦੇ ਨਾਲ ਟਾਈਟ ਕਰ ਦੇਣਾ, ਅਤੇ ਅੱਗੇ ਜਿਹੜੇ ਕਨੈਕਸ਼ਨ ਆਪਾਂ ਦੇਣੇ ਆ ਉਹ ਆਪਾਂ ਉਸੇ ਜਿਹੜੀ ਬੱਸ ਬਾਰ ਹੋਊਗੀ ਉਹੀ ਕੰਡਕਟਰ ਹੋਊਗਾ ਥਿਕ, ਉੱਥੋਂ ਆਪਾਂ ਅੱਗੇ ਜਿਹੜੇ ਆ ਕਨੈਕਸ਼ਨ ਦੇਈ ਜਾਣੇ ਆ। ਸੋ ਬੱਸ ਬਾਰ ਜਿਹੜਾ ਆ ਇਹਨੂੰ ਆਪਾਂ ਇਸੇ ਕਰਕੇ ਲਗਾਇਆ ਸੀ ਤਾਂ ਕਿ ਜਿਹੜੇ ਆਪਾਂ ਜੋੜ ਲਗਾਉਂਦੇ ਨਾ ਉਹ ਜੋੜ ਜਿਹੜੇ ਆ ਉਹਨਾਂ ਨੂੰ ਆਪਾਂ ਰੀਪਲੇਸ ਕਰ ਸਕੀਏ। ਸੋ ਆਪਾਂ ਕਹਿ ਸਕਦੇ ਵੀ ਇਹ ਜੋੜ ਨੂੰ ਕੀ ਆ ਰੀਪਲੇਸ ਕਰਦੀ ਆ ਜਿਹੜੀ ਵੀ ਆਪਣੀ ਬੱਸ ਬਾਰ ਹੋਊਗੀ ਉਹ। ਜੇ ਇਹਦੀ ਡੈਫੀਨੇਸ਼ਨ ਦੇਖੀਏ, the thick conductor run on the tower at the generating station, grid station or grid station operating at constant voltage required to connect number of generator or feeder operating at same voltage are called bus bar। ਸੋ ਜੇ ਆਪਾਂ ਛੋਟੇ ਲੈਵਲ ਦੀ, ਜਿੱਦਾਂ ਤੁਹਾਨੂੰ ਇੱਕ ਕਾਲਜ ਦੀ ਐਗਜ਼ਾਮਪਲ ਦਿੱਤੀ ਹੈ, ਕਾਲਜ ਦੇ ਵਿੱਚ ਕੀ ਆ ਆਪਾਂ ਬੱਸ ਬਾਰ ਤੋਂ ਕੀ ਕਰਦੇ ਹਾਂ ਸਬ ਸਰਕਿਟਸ ਕੱਢਦੇ ਹਾਂ। ਜਿੱਦਾਂ ਤੁਹਾਨੂੰ ਦੱਸਿਆ ਵੀ 3 ਕੰਡਕਟਰ ਦੀਆਂ ਬੱਸ ਬਾਰ ਹੋਣਗੀਆਂ, 3 ਜਿਹੜੇ ਆਪਣੇ ਫੇਸ ਦੀਆਂ ਬੱਸ ਬਾਰਸ ਹੋਣਗੀਆਂ, ਇੱਕ ਨਿਊਟਰਲ ਦੀ ਬੱਸ ਬਾਰ ਹੋਗੀ, ਉੱਥੋਂ ਆਪਾਂ ਕੀ ਆ ਅੱਗੇ ਕਨੈਕਸ਼ਨ ਦੇਈ ਜਾਣੇ ਆ। ਬਟ ਜੇ ਆਪਾਂ ਸਬ ਸਟੇਸ਼ਨ ਦੀ ਜਾਂ ਗ੍ਰਿਡ ਦੀ ਗੱਲ ਕਰੀਏ, ਉੱਥੇ ਕੀ ਹੁੰਦਾ ਇੱਕ ਬਹੁਤ ਲੰਬਾ, ਦੇਖੋ ਜਿੱਦਾਂ ਡਾਇਗਰਾਮ ਦੇ ਵਿੱਚ ਇੱਕ ਮੇਰੇ ਕੋਲ ਕੀ ਆ ਸਿੰਗਲ ਬੱਸ ਬਾਰ ਆ, ਜਿਹਦੇ ਨਾਲ ਕੀ ਆ 1 ਜਾਂ 2 ਜਨਰੇਟਿੰਗ ਸਟੇਸ਼ਨ ਕਨੈਕਟਡ ਆ, ਜਿਹੜੇ ਕੀ ਅਤੇ ਜਿਹੜੀ ਬੱਸ ਬਾਰ ਆ ਇੱਥੇ ਕੀ ਆ ਕੌਂਸਟੈਂਟ ਵੋਲਟੇਜ ਆ ਰਹੀ ਹੈ ਮੇਰੇ ਕੋਲ। ਵੋਲਟੇਜ ਜਿਹੜੀ ਆ ਅਲੱਗ-ਅਲੱਗ ਨਹੀਂ ਆ, ਇਹ ਨਹੀਂ ਕਿ ਇਸ ਸੈਕਸ਼ਨ 'ਚ ਵੋਲਟੇਜ ਅਲੱਗ ਆ ਜਾਂ ਇਸ ਸੈਕਸ਼ਨ 'ਚ ਵੋਲਟੇਜ ਅਲੱਗ ਆ। ਬੱਸ ਬਾਰ ਦੇ ਵਿੱਚ ਕੀ ਆ ਵੋਲਟੇਜ ਸੇਮ ਆ, ਕੌਂਸਟੈਂਟ ਵੋਲਟੇਜ ਆ, ਅਤੇ ਇਹਦੇ ਨਾਲ ਅੱਗੇ ਕੀ ਆ ਮੈਂ ਜਿੰਨੇ ਚਾਹਵਾਂ ਆਪਣੀ ਮਰਜ਼ੀ ਦੇ ਨਾਲ ਕੀ ਆ ਟਰਾਂਸਫਾਰਮਰ, ਸਰਕਟ ਬ੍ਰੇਕਰ ਜਾਂ ਫੀਡਰ ਜਿਹੜੇ ਉਹਨਾਂ ਨੂੰ ਕਨੈਕਟ ਕਰ ਸਕਦਾ। ਸੋ ਇਹ ਹੁੰਦੀ ਆ ਬੱਸ ਬਾਰ। ਬਾਕੀ ਜੇ ਮਟੀਰੀਅਲ ਦੀ ਗੱਲ ਕਰੀਏ ਤਾਂ ਜਿਹੜੀ ਬੱਸ ਬਾਰ ਆ ਉਹ ਜਿਹੜੇ ਛੋਟੇ ਲੈਵਲ ਦੀ ਗੱਲ ਕਰੀਏ ਆਪਾਂ, ਜਿਵੇਂ ਆਪਣੇ ਆਪਾਂ ਕਾਲਜ ਲੈਵਲ 'ਤੇ ਯੂਜ਼ ਕਰਨਾ ਜਾਂ ਆਪਣੇ ਘਰ ਦੇ ਵਿੱਚ ਆਪਾਂ ਬੱਸ ਬਾਰ ਯੂਜ਼ ਕਰਨੀ ਆ, ਤਾਂ ਉੱਥੇ ਆਪਾਂ ਐਲੂਮੀਨੀਅਮ ਦੀ ਬੱਸ ਬਾਰ ਜਿਹੜੀ ਆ ਯੂਜ਼ ਕਰ ਲੈਂਦੇ ਆ। ਲਾਈਟ ਇਨ ਵੇਟ ਵੀ ਹੁੰਦੀ ਆ, ਕੋਸਟ ਵੀ ਘੱਟ ਹੁੰਦੀ ਆ ਉਹਦੀ, ਅਤੇ ਐਲੂਮੀਨੀਅਮ ਵਧੀਆ ਕੰਡਕਟਰ ਵੀ ਹੈਗਾ, ਅਤੇ ਜੋੜ ਵੀ ਆਰਾਮ ਨਾਲ ਨਟ ਬੋਲਟ ਨਾਲ ਆਰਾਮ ਨਾਲ ਆਪਾਂ ਟਾਈਟ ਕਰ ਸਕਦੇ ਹਾਂ ਉੱਥੇ ਕਿਸੇ ਵੀ ਜਿਹੜੀ ਆਪਣੀ ਵਾਇਰ ਆ ਉਹਨੂੰ। ਸੋ ਛੋਟੇ ਲੈਵਲ 'ਤੇ ਤਾਂ ਆਪਾਂ ਐਲੂਮੀਨੀਅਮ ਯੂਜ਼ ਕਰਦੇ ਹਾਂ। ਬਟ ਜਦੋਂ ਕਰੰਟ ਦੀ ਵੈਲਿਊ ਵੱਧ ਜਾਂਦੀ ਹੈ ਜਾਂ ਬਹੁਤ ਜ਼ਿਆਦਾ ਕਰੰਟ ਦੀ ਵੈਲਿਊ ਹੋ ਜਾਂਦੀ ਆ, ਉੱਥੇ ਫਿਰ ਐਲੂਮੀਨੀਅਮ ਜਿਹੜਾ ਹੁੰਦਾ ਨਾ ਉਹ ਇੰਨਾ ਸਹੀ ਨਹੀਂ ਰਹਿੰਦਾ, ਉਹ 'ਚ ਕੋਈ ਨਾ ਕੋਈ ਮਤਲਬ ਕਿ ਪ੍ਰੋਬਲਮ ਆ ਸਕਦੀ ਹੈ। ਐਲੂਮੀਨੀਅਮ ਦਾ ਟੈਂਪਰੇਚਰ ਜਿਹੜਾ ਹੁੰਦਾ ਨਾ ਐਕਚੁਅਲੀ ਉਹ ਮੈਲਟਿੰਗ ਪੁਆਇੰਟ ਕਹਿ ਲਓ, ਤਾਂ ਉਹ ਜਿਹੜਾ ਹੁੰਦਾ ਨਾ ਉਹ ਥੋੜ੍ਹਾ ਘੱਟ ਹੁੰਦਾ। ਸੋ ਇਸ ਕਰਕੇ ਜਦੋਂ ਜ਼ਿਆਦਾ ਕਰੰਟ ਦੀ ਵੈਲਿਊ ਹੋਵੇ ਤਾਂ ਉੱਥੇ ਆਪਾਂ ਐਲੂਮੀਨੀਅਮ ਨਹੀਂ ਯੂਜ਼ ਕਰ ਸਕਦੇ, ਕਿਉਂਕਿ ਐਲੂਮੀਨੀਅਮ ਬੱਸ ਬਾਰ ਜਿਹੜੀ ਉਹ ਸੜ ਸਕਦੀ ਆ। ਇਸ ਕਰਕੇ ਉੱਥੇ ਫਿਰ ਆਪਾਂ ਕੀ ਕਰਦੇ ਹਾਂ ਕਾਪਰ ਦੀ ਬੱਸ ਬਾਰ ਯੂਜ਼ ਕਰਦੇ ਹਾਂ। ਤੁਸੀਂ ਆਪਣੇ ਜਿੰਨੇ ਵੀ ਸਬ ਸਟੇਸ਼ਨ ਦੇਖ ਲਿਓ, ਉਹਨਾਂ ਸਾਰਿਆਂ ਦੇ ਵਿੱਚ ਕੀ ਹੁੰਦਾ ਜਿਹੜੇ ਫੀਡਰ ਹੁੰਦੇ ਆ ਉਹਨਾਂ ਦੇ ਪਿੱਛੇ ਇੱਕ ਕਾਮਨ ਬੱਸ ਬਾਰ ਹੁੰਦੀ ਆ। ਉਹ ਕਾਮਨ ਬੱਸ ਬਾਰ ਦੇ ਵਿੱਚ 11 kV ਦੀ ਸਪਲਾਈ ਹੁੰਦੀ ਆ, ਅਤੇ ਉਹ 11 kV ਦੀ ਸਪਲਾਈ ਆਪਾਂ ਬੱਸ ਬਾਰ ਤੋਂ ਚੱਕ ਕੇ ਅੱਗੇ ਫੀਡਰਸ ਨੂੰ ਦਿੱਤੀ ਹੁੰਦੀ, ਅਤੇ ਉਹ ਜਿਹੜੇ ਬੱਸ ਬਾਰ ਹੁੰਦੀ ਆ ਉਹ ਕਾਪਰ ਮਟੀਰੀਅਲ ਦੀ ਹੀ ਬਣੀ ਹੁੰਦੀ ਹੈ। ਸੋ ਯਾਦ ਰੱਖਿਓ ਲੋ ਵੋਲਟੇਜ ਜਾਂ ਲੋ ਕਰੰਟ ਹੋਵੇ ਜਿੱਥੇ, ਉੱਥੇ ਆਪਾਂ ਐਲੂਮੀਨੀਅਮ ਦਾ ਯੂਜ਼ ਕਰਦੇ ਹਾਂ ਲੋ ਵੋਲਟੇਜ 'ਤੇ, ਅਤੇ ਜੇ ਮੇਰੇ ਕੋਲ ਹਾਈ ਵੋਲਟੇਜ ਆ ਉੱਥੇ ਆਪਾਂ ਐਲੂਮੀਨੀਅਮ ਦਾ ਯੂਜ਼ ਨਹੀਂ ਕਰ ਸਕਦੇ, ਕਿਉਂਕਿ ਉੱਥੇ ਕੀ ਆ ਐਲੂਮੀਨੀਅਮ ਜਿਹੜਾ ਆ ਉਹ ਸੜਨ ਦਾ ਖਤਰਾ ਆ। ਇਸ ਕਰਕੇ ਹਾਈ ਵੋਲਟੇਜ 'ਤੇ ਆਪਾਂ ਕੀ ਆ ਕਾਪਰ ਮਟੀਰੀਅਲ ਦੀ ਆਪਣੀ ਜਿਹੜੀ ਬੱਸ ਬਾਰ ਹੁੰਦੀ ਆ ਉਹਨੂੰ ਬਣਾਉਂਦੇ ਹਾਂ। ਸੋ ਆਪਾਂ ਟਾਈਪਸ ਅੱਗੇ ਸਟੱਡੀ ਕਰਨੀਆਂ ਹੁਣ ਵੀ ਕਿਹੜੇ ਤਰ੍ਹਾਂ ਦੀ ਮੇਰੀ ਜਿਹੜੀ ਹੁੰਦੀ ਬੱਸ ਬਾਰ ਅਰੇਂਜਮੈਂਟ ਹੁੰਦਾ ਆ, ਯਾਨੀ ਕਿ ਬੱਸ ਬਾਰ ਨੂੰ ਆਪਾਂ ਕਿਸ ਤਰੀਕੇ ਨਾਲ ਅਰੇਂਜ ਕਰਦੇ ਹਾਂ ਆਪਣੇ ਸਬ ਸਟੇਸ਼ਨ ਦੇ ਉੱਪਰ, ਉਹਨੂੰ ਕਿੱਦਾਂ ਯੂਟੀਲਾਈਜ਼ ਕਰਦੇ, ਕਿੱਦਾਂ ਯੂਜ਼ 'ਚ ਲੈ ਕੇ ਆਉਂਦੇ, ਉਹ ਆਪਾਂ ਸਟੱਡੀ ਕਰਨੀ ਆ। ਸੋ ਸਭ ਤੋਂ ਫਸਟ ਜੇ ਮੈਂ ਅਰੇਂਜਮੈਂਟ ਦੀ ਗੱਲ ਕਰਾਂ ਤਾਂ ਉਹ ਹੈ ਮੇਰੇ ਕੋਲ ਸਿੰਗਲ ਬੱਸ ਬਾਰ ਅਰੇਂਜਮੈਂਟ। ਦ ਸਿੰਗਲ ਬੱਸ ਬਾਰ ਸਿਸਟਮ
हैज़ अ सिंपलेस्ट डिज़ाइन एंड इज़ यूज फॉर पावर स्टेशन। सो ਜਿਹੜਾ ਸਿੰਗਲ ਬੱਸ ਪਰ ਸਿਸਟਮ ਹੈ ਸਭ ਤੋਂ ਸਿੰਪਲ ਡਿਜ਼ਾਈਨ ਹੁੰਦਾ ਤੇ ਆਪਾਂ ਪਾਵਰ ਸਟੇਸ਼ਨ ਤੇ ਯੂਜ਼ ਕਰਦੇ ਹਾਂ। ਬਾਕੀ ਉਹਨੂੰ ਆਪਾਂ ਆਊਟਡੋਰ ਸਟੇਸ਼ਨ ਜਿਹੜੇ ਹੁੰਦੇ ਆ ਉਹਨਾਂ ਤੇ ਵੀ ਯੂਜ਼ ਕਰ ਲੈਂਦੇ ਆ, ਆਊਟਗੋਇੰਗ ਜਾਂ ਇਨਕਮਿੰਗ ਫੀਡਰ ਦੇ ਵਾਸਤੇ। ਜੇ ਆਊਟਗੋਇੰਗ ਕੋਈ ਭੇਜਣਾ ਤਾਂ ਉੱਥੇ ਭੇਜ ਦਿਓ, ਜਾਂ ਇਨਕਮਿੰਗ ਜੇ ਆਪਾਂ ਫੀਡਰ ਲੈਣਾ ਉਹ ਵੀ ਆਪਾਂ ਸਿੰਗਲ ਬੱਸ ਬਾਰ ਤੇ ਕਰ ਲੈਂਦੇ ਆ। ਬਾਕੀ ਡਾਇਗਰਾਮ ਦੇ ਵਿੱਚ ਆ ਦੇਖੋ ਸਿੰਗਲ ਬੱਸ ਬਾਰ ਸਿਸਟਮ ਸ਼ੋ ਕੀਤਾ ਹੋਇਆ ਹੈ ਟਿਪੀਕਲ ਪਾਵਰ ਸਟੇਸ਼ਨ ਦੇ ਵਾਸਤੇ, ਜਿਹਦੇ ਵਿੱਚ ਕੀ ਆ ਦੇਖੋ ਇੱਕ ਸਿੰਗਲ ਮੇਰੇ ਕੋਲ ਬੱਸ ਬਾਰ ਆ। ਸਿੰਗਲ ਬੱਸ ਬਾਰ ਨੂੰ ਜਿਹੜੀ ਮੈਂ ਸਪਲਾਈ ਦਿੱਤੀ ਹੋਈ ਆ ਉਹ ਕਿੱਥੋਂ ਦਿੱਤੀ ਹੋਈ ਆ, ਦੋ ਅਲਟਰਨੇਟਰ ਮੇਰੇ ਕੋਲ ਲੱਗੇ ਹੋਏ ਆ ਇਹਨਾਂ ਤੋਂ, ਜਾਂ ਜਨਰੇਟਿੰਗ ਸਟੇਸ਼ਨ ਆ ਇਹ, ਇੱਥੋਂ ਕੀ ਆ ਅਲਟਰਨੇਟਰ ਤੋਂ ਮੈਂ ਕੀ ਆ ਸਪਲਾਈ ਦਿੱਤੀ ਹੋਈ ਆ। ਦੋ ਸਰਕਟ ਬ੍ਰੇਕਰ ਲੱਗੇ ਹੋਏ ਆ ਤੇ ਆਈਸੋਲੇਟਰ ਦਾ ਤੁਹਾਨੂੰ ਮੈਂ ਕੰਮ ਪਹਿਲਾਂ ਵੀ ਦੱਸਿਆ ਸੀਗਾ ਸਟਾਰਟਿੰਗ ਵਿੱਚ ਚੈਪਟਰ ਦੇ, ਕਿ ਜਿਹੜੇ ਆਈਸੋਲੇਟਰ ਹੁੰਦੇ ਆ ਇਹ ਇੱਕ ਸਵਿੱਚ ਹੀ ਹੁੰਦੇ ਆ ਜਿਹੜੇ ਨੋ ਲੋਡ ਤੇ ਆਪਰੇਟ ਹੁੰਦੇ, ਕਦੀ ਵੀ ਇਹਨਾਂ ਨੂੰ ਲੋਡ ਤੇ ਨਹੀਂ ਆਪਰੇਟ ਕਰਦੇ, ਨੋ ਲੋਡ ਤੇ ਆਪਰੇਟ ਕਰਦੇ ਆ, ਸਪੈਸ਼ਲ ਹੁੰਦੇ ਆ ਇਹ। ਆਪਾਂ ਜ਼ਿਆਦਾ ਵੋਲਟੇਜ ਜਦੋਂ ਹੋਵੇ ਉੱਥੇ ਫਿਰ ਆਪਾਂ ਆਈਸੋਲੇਟਰ ਹੀ ਯੂਜ਼ ਕਰਦੇ ਆ ਸਰਕਟ ਨੂੰ ਓਪਨ ਕਰਨ ਵਾਸਤੇ। ਸੋ ਇਹ ਸਿੰਗਲ ਬੱਸ ਬਾਰ ਆ ਦੇਖੋ, ਇੱਕ ਤੇ ਇੱਕ ਬੱਸ ਬਾਰ ਆ, ਇਹਦੇ ਨਾਲ ਕੀ ਆ ਆਪਣੇ ਕੋਲ ਦੋ ਜਿਹੜੇ ਆ ਜਨਰੇਟਿੰਗ ਸਟੇਸ਼ਨ ਕਨੈਕਟਡ ਆ, ਅਲਟਰਨੇਟਿੰਗ ਸਟੇਸ਼ਨ ਨਹੀਂ, ਦੋ ਅਲਟਰਨੇਟਰ ਕਨੈਕਟਡ ਆ ਸਿੰਗਲ ਬੱਸ ਬਾਰ ਦੇ ਨਾਲ। ਤੋਂ ਜਿਹੜੀ ਸਿੰਗਲ ਬੱਸ ਬਾਰ ਆ ਉੱਥੋਂ ਆਪਾਂ ਕੀ ਅੱਗੇ ਅਲੱਗ-ਅਲੱਗ ਸਬ ਸਟੇਸ਼ਨ ਨੂੰ ਜਿਹੜੀ ਆ ਸਪਲਾਈ ਦਿੱਤੀ ਹੋਈ ਆ ਸਿੰਗਲ ਬੱਸ ਬਾਰ ਤੋਂ ਹੀ, ਇੱਕ ਹੀ ਬੱਸ ਬਾਰ ਤੋਂ। ਹੁਣ ਆਪਾਂ ਜੇ ਐਡਵਾਂਟੇਜ ਡਿਸਐਡਵਾਂਟੇਜਸ ਦੀ ਗੱਲ ਕਰੀਏ, ਸੋ ਜਿਹੜੀ ਇਨੀਸ਼ੀਅਲ ਕਾਸਟ ਆ ਸਿੰਗਲ ਬੱਸ ਬਾਰ ਸਿਸਟਮ ਦੀ ਇਨੀਸ਼ੀਅਲ ਕਾਸਟ ਜਿਹੜੀ ਹੁੰਦੀ ਆ ਉਹ ਘੱਟ ਹੁੰਦੀ ਆ, ਇਹਦੀ ਮੇਨਟੇਨੈਂਸ ਦੀ ਵੀ ਘੱਟ ਲੋੜ ਪੈਂਦੀ, ਕਿਉਂਕਿ ਐਡੀਸ਼ਨਲ ਆਪਣੇ ਕੋਲ ਕੋਈ ਵੀ ਇਕੁਇਪਮੈਂਟ ਨਹੀਂ ਹੈਗਾ। ਜਿੰਨੇ ਨਾਰਮਲ ਇਕੁਇਪਮੈਂਟ ਦੀ ਲੋੜ ਹੁੰਦੀ ਉਨੇ ਹੀ ਇਕੁਇਪਮੈਂਟ ਆ। ਐਡੀਸ਼ਨਲ ਇਕੁਇਪਮੈਂਟ ਕਿਹੜੇ ਲੱਗਦੇ ਆ ਉਹ ਆਪਾਂ ਅੱਗੇ ਜਦੋਂ ਟਾਈਪਸ ਹੋਰ ਸਟੱਡੀ ਕਰਨੀ ਆ ਉਹਦੇ ਵਿੱਚ ਤੁਹਾਨੂੰ ਡਿਟੇਲ 'ਚ ਪਤਾ ਲੱਗ ਜੂਗਾ। ਸਿੰਪਲ ਆਪਰੇਸ਼ਨ ਆ ਅਤੇ ਸਿੰਪਲ ਹੀ ਇਹਦੇ ਵਿੱਚ ਆਪਾਂ ਨੂੰ ਰਿਲੇਇੰਗ ਸਿਸਟਮ ਰਿਕੁਆਇਰ ਹੁੰਦਾ। ਡਿਸਐਡਵਾਂਟੇਜ ਕੀ ਆ, ਦ ਬੱਸ ਬਾਰ ਕੈਨ ਨਾਟ ਬੀ ਕਲੀਨਡ, ਰਿਪੇਅਰ ਔਰ ਟੈਸਟਡ ਵਿਦਾਊਟ ਡੀ ਐਨਰਜਾਈਜ਼ਿੰਗ ਦਾ ਹੋਲ ਸਿਸਟਮ। ਦੇਖੋ ਬੱਸ ਬਾਰ ਜਿਹੜੀ ਆ ਮੇਰੇ ਕੋਲ ਸਿੰਗਲ ਬੱਸ ਬਾਰ ਆ, ਜੇ ਮੈਂ ਇਹਦੀ ਰਿਪੇਅਰ ਕਰਨੀ ਆ ਤਾਂ ਮੈਨੂੰ ਪੂਰੇ ਦਾ ਪੂਰਾ ਸਿਸਟਮ ਜਿਹੜਾ ਹੈ ਉਹ ਬੰਦ ਕਰਨਾ ਪੈਣਾ, ਯਾਨੀ ਕਿ ਮੈਂ ਵੀ ਆਈਸੋਲੇਟਰ ਓਪਨ ਕਰੂੰਗਾ, ਵਾਲਾ ਆਈਸੋਲੇਟਰ ਵੀ ਓਪਨ ਕਰੂੰਗਾ, ਕਿਉਂਕਿ ਪੈਰਲਲ ਰਨ ਕੀਤਾ ਨਾ ਆਪਾਂ ਅਲਟਰਨੇਟਰ ਨੂੰ। ਸੋ ਵੀ ਆਈਸੋਲੇਟਰ ਬੰਦ ਕਰੂੰਗਾ, ਵੀ ਆਈਸੋਲੇਟਰ ਬੰਦ ਕਰੂੰਗਾ। ਸੋ ਪੂਰੀ ਜਦੋਂ ਬੱਸ ਬਾਰ ਮੇਰੀ ਡੀ ਐਨਰਜਾਈਜ਼ ਹੋਊਗੀ ਫਿਰ ਹੀ ਮੈਂ ਜਿਹੜਾ ਆ ਇੱਥੇ ਕੋਈ ਵੀ ਕੰਮ ਕਰ ਸਕਦਾ ਹਾਂ। ਅਤੇ ਜੇ ਹੁਣ ਇਹਨੂੰ ਮੈਂ ਡੀ ਐਨਰਜਾਈਜ਼ ਕਰਤਾ ਤਾਂ ਜਿਹੜੀ ਮੇਰੀ ਅੱਗੇ ਜਿੰਨੇ ਵੀ ਮੇਰੇ ਫੀਡਰ ਚੱਲ ਰਹੇ ਆ ਇਹ ਸਾਰਿਆਂ ਦੀ ਸਪਲਾਈ ਜਿਹੜੀ ਆ ਇਫੈਕਟ ਹੋ ਜਾਣੀ ਆ, ਜਾਂ ਫਿਰ ਆਪਾਂ ਕਹਿ ਸਕਦੇ ਹਾਂ ਕਿ ਸਿੰਗਲ ਬੱਸ ਬਾਰ ਸਿਸਟਮ ਦੀ ਮੈਂ ਜਦੋਂ ਵੀ ਰਿਪੇਅਰ ਮੇਨਟੇਨੈਂਸ ਕਰਨੀ ਆ ਤਾਂ ਮੈਨੂੰ ਸਾਰੀ ਸਪਲਾਈ ਜਿਹੜੀ ਆ ਉਹ ਬੰਦ ਕਰਨੀ ਪੈਣੀ ਹੈ, ਜਿਹਦੇ ਕਰਕੇ ਕੀ ਆ ਆਪਣਾ ਜਿਹੜਾ ਪਾਵਰਕੌਮ ਹੁੰਦਾ ਇਹਦਾ ਕਾਫੀ ਲੋਸ ਹੁੰਦਾ, ਕਿਉਂਕਿ ਸਪਲਾਈ ਜਦੋਂ ਬੰਦ ਰਹਿ ਜਾਂਦੀ ਆ ਤਾਂ ਕੰਜ਼ਿਊਮਰ ਜਿਹੜਾ ਹੁੰਦਾ ਉਹ ਇਲੈਕਟ੍ਰੀਸਿਟੀ ਨਹੀਂ ਕੰਜ਼ਿਊਮ ਕਰਦਾ, ਤਾਂ ਓਬਵੀਅਸਲੀ ਉਹ ਕੀ ਆ ਆਪਣੇ ਜਿਹੜਾ ਇਲੈਕਟ੍ਰੀਸਿਟੀ ਬੋਰਡ ਹੁੰਦਾ ਉਹਦੇ ਲਈ ਨੁਕਸਾਨ ਵਾਲੀ ਗੱਲ ਹੁੰਦੀ ਹੈ। Next, if a fault occur on the bus bar itself, there is complete interruption of supply। ਉਹੀ ਸੇਮ ਪੁਆਇੰਟ ਹੀ ਆ ਗਿਆ ਕਿ ਜੇ ਮੰਨ ਲਓ ਮੇਰੇ ਕੋਲ ਇਸ ਬੱਸ ਬਾਰ ਦੇ ਉੱਪਰ ਕੋਈ ਫਾਲਟ ਆਉਂਦਾ ਆ ਤਾਂ ਉਹਦੇ ਨਾਲ ਕੀ ਹੋਣਾ, ਸਰਕਟ ਬ੍ਰੇਕਰ ਜਿਹੜੇ ਆ ਦੋਨੋਂ ਕਲੋਜ਼ ਹੋ ਜਾਣੇ ਆ। ਦੋਨੋਂ ਸਰਕਟ ਬ੍ਰੇਕਰ ਕਲੋਜ਼ ਹੋਣ ਦੇ ਕਰਕੇ ਕੀ ਆ ਸਾਰੀ ਦੀ ਸਾਰੀ ਸਪਲਾਈ ਜਿਹੜੀ ਆ ਉਹ ਬੰਦ ਹੋ ਜਾਣੀ ਆ। ਇੱਦਾਂ ਨਹੀਂ ਕਿ ਜੇ ਮੇਰਾ ਸਰਕਟ ਬ੍ਰੇਕਰ ਬੰਦ ਹੋਇਆ ਤਾਂ ਦੋ ਚੱਲਦੇ ਰਹਿਣ ਜਾਂ ਇੱਕ, ਇੱਦਾਂ ਬਿਲਕੁਲ ਨਹੀਂ, ਕਿਉਂਕਿ ਬੱਸ ਬਾਰ ਹੀ ਡੀ ਐਨਰਜਾਈਜ਼ ਹੋ ਜਾਣੀ ਆ ਜਦੋਂ ਕੋਈ ਫਾਲਟ ਆਇਆ ਸਿਸਟਮ 'ਚ। ਸੋ ਇਸ ਕਰਕੇ ਜਦੋਂ ਵੀ ਕੋਈ ਫਾਲਟ ਆਉਂਦਾ ਹੈ ਤਾਂ ਦੋਨੋਂ ਸਰਕਟ ਬ੍ਰੇਕਰ ਜਿਹੜੇ ਅਲਟਰਨੇਟਰ ਦੇ ਉਹ ਬੰਦ ਹੋ ਜਾਣੇ, ਜਿਹਦੇ ਕਰਕੇ ਪੂਰੀ ਦੀ ਪੂਰੀ ਸਪਲਾਈ ਜਿਹੜੀ ਆ ਉਹ ਬੰਦ ਹੋ ਜਾਣੀ, ਕਿਉਂਕਿ ਬੱਸ ਬਾਰ ਡੀ ਐਨਰਜਾਈਜ਼ ਹੋ ਜਾਣੀ। ਨੈਕਸਟ, ਐਨੀ ਫਾਲਟ ਔਨ ਦਾ ਸਿਸਟਮ ਇਜ਼ ਫੈਡ ਬਾਈ ਆਲ ਦਾ ਜਨਰੇਟਿੰਗ ਕਪੈਸਿਟੀ ਰਿਜ਼ਲਟਿੰਗ ਇਨ ਵੈਰੀ ਲਾਰਜ ਫਾਲਟ। ਸੋ ਜਿਹੜਾ ਵੀ ਆਪਣੇ ਕੋਲ ਫਾਲਟ ਆਉਂਦਾ ਆ ਇੱਥੇ ਉਹਨੂੰ ਸਪਲਾਈ ਕਿਹੜੇ ਆ ਦੋਨੋਂ ਅਲਟਰਨੇਟਰ ਪੈਰਲਲ ਕਰ ਰਹੇ ਆ। ਸੋ ਇਸ ਕਰਕੇ ਜਿਹੜਾ ਫਾਲਟ ਕਰੰਟ ਹੁੰਦਾ ਆ ਉਹ ਵੀ ਕੀ ਆ ਇੱਕਦਮ ਬਹੁਤ ਜ਼ਿਆਦਾ ਵੱਧ ਜਾਂਦਾ ਆ, ਬਹੁਤ ਜ਼ਿਆਦਾ ਇਨਕਰੀਜ਼ ਹੋ ਜਾਂਦਾ। ਸੋ ਇਹ ਸੀਗੇ ਇਹਦੇ ਆਪਣੇ ਕੋਲ ਡਿਸਐਡਵਾਂਟੇਜਸ ਸਿੰਗਲ ਬੱਸ ਬਾਰ ਸਿਸਟਮ ਦੇ। ਨੈਕਸਟ ਮੇਰੇ ਕੋਲ ਆ ਜਾਂਦਾ ਸਿੰਗਲ ਬੱਸ ਬਾਰ ਸਿਸਟਮ ਵਿਦ ਸੈਕਸ਼ਨਲਾਈਜੇਸ਼ਨ। ਸੋ ਸੈਕਸ਼ਨਲਾਈਜੇਸ਼ਨ ਨਾਮ ਤੋਂ ਹੀ ਤੁਹਾਨੂੰ ਪਤਾ ਲੱਗਦਾ ਕਿ ਆਪਾਂ ਸੈਕਸ਼ਨ ਬਣਾਤਾ। ਹੁਣ ਇਹਦੇ ਵਿੱਚ ਹੈ ਸਿੰਗਲ ਬੱਸ ਬਾਰ ਸਿਸਟਮ, ਬਟ ਕੀ ਕੀਤਾ ਸੈਕਸ਼ਨਲਾਈਜੇਸ਼ਨ ਕਰਤੀ ਆਪਾਂ, ਉੱਥੇ ਉਹਦਾ ਆਪਾਂ ਕੀਤਾ ਸੈਕਸ਼ਨ ਬਣਾਤਾ ਇੱਕ। ਸੋ ਇੱਥੇ ਦੇਖੋ ਆ ਸਿੰਗਲ ਬੱਸ ਬਾਰ ਸਿਸਟਮ ਆ ਇੱਕ। ਸੋ ਸਿੰਗਲ ਬੱਸ ਬਾਰ ਸਿਸਟਮ ਨੂੰ ਆਪਾਂ ਨੂੰ ਪਤਾ ਲੱਗ ਗਿਆ ਹੁਣ ਕਿ ਆਪਣੀ ਇੱਕ ਡਿਸਐਡਵਾਂਟੇਜ ਸਭ ਤੋਂ ਵੱਡੀ ਸਿੰਗਲ ਬੱਸ ਬਾਰ ਸਿਸਟਮ 'ਚ ਇਹ ਆ ਕਿ ਇਹਦੇ ਵਿੱਚ ਕੀ ਹੋਣਾ, ਜਦੋਂ ਵੀ ਕੋਈ ਫਾਲਟ ਆ ਗਿਆ ਜਾਂ ਜਦੋਂ ਵੀ ਮੈਂ ਕੋਈ ਮੇਨਟੇਨੈਂਸ ਕਰਨੀ ਆ ਤਾਂ ਮੈਨੂੰ ਕੀ ਆ ਪੂਰੀ ਦੀ ਪੂਰੀ ਬੱਸ ਬਾਰ ਨੂੰ ਕੀ ਆ ਡੀ ਐਨਰਜਾਈਜ਼ ਕਰਨਾ ਪੈਣਾ। ਸੋ ਇਹ ਬਾਅਦ ਵਿੱਚ ਇੰਟਰੋਡਿਊਸ ਹੋਇਆ ਸੀ ਨਵਾਂ ਮੈਥਡ ਸਿੰਗਲ ਬੱਸ ਬਾਰ ਵਿਦ ਸੈਕਸ਼ਨਲਾਈਜੇਸ਼ਨ, ਕਿ ਜੇ ਆਪਾਂ ਇਹਦੇ ਸੈਕਸ਼ਨ ਬਣਾ ਦਈਏ, ਇੱਥੇ ਆਪਾਂ ਕੋਈ ਆਈਸੋਲੇਟਰ ਜਾਂ ਸਰਕਟ ਬ੍ਰੇਕਰ ਲਾ ਦਈਏ ਤਾਂ ਕੀ ਹੋਊਗਾ, ਇੱਕ ਜਿਹੜਾ ਆਪਣੇ ਕੋਲ ਫੀਡਰ ਹੈ ਇਹ ਅਲੱਗ ਹੋ ਜਾਊਗਾ, ਦੋ ਅਲੱਗ ਹੋ ਜਾਣਗੇ। ਸੋ ਜੇ ਇੱਥੇ ਫਾਲਟ ਆਉਂਦਾ ਵੀ ਆ ਤਾਂ ਇਹੀ ਸੈਕਸ਼ਨ ਅਲੱਗ ਹੋਊਗਾ, ਬਾਕੀ ਦੋਨੋਂ ਚੱਲਦੇ ਰਹਿਣਗੇ। ਸੋ ਇਹੀ ਇੱਥੇ ਆਪਾਂ ਇੰਪਲੀਮੈਂਟੇਸ਼ਨ ਕੀਤੀ ਸੀਗੀ ਸਿੰਗਲ ਬੱਸ ਬਾਰ ਸਿਸਟਮ ਵਿਦ ਸੈਕਸ਼ਨਲਾਈਜੇਸ਼ਨ। ਇਹਦੇ ਵਿੱਚ ਆ ਦੇਖੋ ਆਪਾਂ ਕੀ ਕੀਤਾ ਆ ਕਿ ਇੱਥੇ ਆਪਾਂ ਇੱਕ ਸੈਕਸ਼ਨ ਵੱਖਰਾ ਬਣਾਤਾ ਆ, ਜਿਹਦੇ ਵਿੱਚ ਆਪਾਂ ਕੀ ਕੀਤਾ ਇੱਕ ਸਰਕਟ ਬ੍ਰੇਕਰ ਲਗਾਤਾ ਅਤੇ ਦੋ ਆਪਾਂ ਕੀ ਕੀਤੇ ਆ ਆਈਸੋਲੇਟਰ ਲਗਾਤੇ ਆ।
ਹੁਣ ਇਹਦੇ ਨਾਲ ਹੋਣਾ ਕੀ ਆ ਆਪਣੇ ਕੋਲ ਕਿ ਇੱਕ ਤਾਂ ਦੇਖੋ ਕਪੈਸਿਟੀ ਵਧਾ ਸਕਦੇ ਹਾਂ ਆਪਾਂ। ਦੇਖੋ ਇੱਥੇ ਆਪਾਂ 2 ਅਲਟਰਨੇਟਰ ਲਗਾਏ ਸੀਗੇ, ਠੀਕ ਆ, ਇੱਥੇ ਆਪਾਂ ਚਾਹੀਏ 4 ਅਲਟਰਨੇਟਰ ਵੀ ਲਗਾ ਸਕਦੇ ਹਾਂ। ਸੈਕਿੰਡ ਮੇਰੇ ਕੋਲ ਐਡਵਾਂਟੇਜ ਸਭ ਤੋਂ ਵੱਡਾ ਇਹਦਾ ਇਹ ਹੋਗਾ ਕਿ ਜਦੋਂ ਮੰਨ ਲਓ ਮੈਂ ਇਸ ਸੈਕਸ਼ਨ ਦੀ ਮੇਨਟੇਨੈਂਸ ਕਰਨੀ ਆ ਤਾਂ ਮੈਂ ਕੀ ਕਰੂੰਗਾ, ਜੇ ਆਪਾਂ ਇਸ ਸੈਕਸ਼ਨ ਦੀ ਜਿਹੜੀ ਆ ਮੇਨਟੇਨੈਂਸ ਕਰਨੀ ਆ, ਮੰਨ ਲਓ ਮੈਂ ਜਿਹੜਾ ਆਹ ਵਾਲਾ ਸੈਕਸ਼ਨ ਹੈ ਇਹਦੀ ਮੈਂ ਕੀ ਕਰਨੀ ਆ, ਮੇਨਟੇਨੈਂਸ ਕਰਨੀ ਆ, ਤਾਂ ਮੈਂ ਕੀ ਕਰੂੰਗਾ, ਇਹ ਜਿਹੜਾ ਸੈਕਸ਼ਨ ਹੈ ਇਹਨੂੰ ਮੈਂ ਕਲੋਜ਼ ਰਹਿਣ ਦੂੰਗਾ, ਇਹ ਜਿਹੜਾ ਇਹ ਕਲੋਜ਼ ਹੋ ਜਾਊਗਾ, ਬਟ ਇਹਨੂੰ ਮੈਂ ਕੀ ਕਰੂੰਗਾ, ਇਹਨੂੰ ਮੈਂ ਓਪਨ ਕਰ ਦੂੰਗਾ। ਸੋ ਹੁਣ ਦੇਖੋ ਇਹ ਓਪਨ ਹੋ ਗਿਆ, ਆਹ ਕਲੋਜ਼ ਆ। ਸੋ ਇੱਧਰਲੀ ਸਪਲਾਈ ਜਿਹੜੀ ਆ, ਸਿਰਫ ਇੱਧਰਲੀ ਸਪਲਾਈ ਹੁਣ ਇਫੈਕਟ ਹੋਈ ਆ ਅਤੇ ਇੱਧਰ ਵਾਲਾ ਸਿਸਟਮ ਜਿਹੜਾ ਮੇਰਾ ਚੱਲੀ ਜਾਂਦਾ। ਬਟ ਜੇ ਆਪਾਂ ਦੂਸਰੇ ਦੀ ਗੱਲ ਕਰੀਏ, ਜਿਹੜਾ ਮੇਰੇ ਕੋਲ ਸੀਗਾ ਸਿੰਗਲ ਬੱਸ ਬਾਰ ਸਿਸਟਮ, ਉਹਦੇ ਵਿੱਚ ਇੱਦਾਂ ਦਾ ਕੁਛ ਨਹੀਂ ਸੀ। ਉਹਦੇ ਵਿੱਚ ਜੇ ਮੈਂ ਬੱਸ ਬਾਰ ਦੀ ਮੇਨਟੇਨੈਂਸ ਕਰਨੀ ਆ ਤਾਂ ਮੈਨੂੰ ਸਾਰੀ ਦੀ ਸਾਰੀ ਸਪਲਾਈ ਹੀ ਬੰਦ ਕਰਨੀ ਪੈਣੀ ਸੀ। ਬਟ ਇਹਦੇ ਵਿੱਚ ਹੁਣ ਆਪਾਂ ਸੈਕਸ਼ਨ ਬਣਾਤੇ ਆ, ਡਿਊ ਟੂ ਦਿਸ ਆਪਾਂ ਕੀ ਆ, ਆਰਾਮ ਦੇ ਨਾਲ ਕੀ ਆ, ਇੱਕ ਪਰਟੀਕੂਲਰ ਸੈਕਸ਼ਨ ਜਿਹੜਾ ਆ ਉਹਨੂੰ ਅਲੱਗ ਕਰਕੇ ਅਤੇ ਆਪਣਾ ਕੰਮ ਜਿਹੜਾ ਕਰ ਸਕਦੇ ਹਾਂ, ਉੱਥੇ ਉਹਦੀ ਜਿਹੜੀ ਮੇਨਟੇਨੈਂਸ ਆ ਉਹ ਕਰ ਸਕਦੇ ਹਾਂ। ਹੁਣ ਇੱਥੇ ਵੀ ਦੇਖੋ ਆਹ ਵਾਲਾ ਜਿਹੜਾ ਸੈਕਸ਼ਨ ਆ ਇਹ ਇਸ ਟਾਈਮ ਬੰਦ ਆ, ਕਿਉਂਕਿ ਇਹਦੀ ਮੇਨਟੇਨੈਂਸ ਕਰਨੀ ਆ, ਅਤੇ ਦੂਸਰਾ ਸੈਕਸ਼ਨ ਜਿਹੜਾ ਆ ਉਹ ਕੀ ਆ, ਉਹ ਚੱਲ ਰਿਹਾ ਆ। ਸਿਮੀਲਰਲੀ ਦੇਖੋ ਜੇ ਮੇਨਟੇਨੈਂਸ ਦਾ ਆਪਾਂ ਸਟੱਡੀ ਕਰ ਰਿਹਾ ਵੀ ਮੇਨਟੇਨੈਂਸ ਦੇ ਵਿੱਚ ਕੀ ਹੁੰਦਾ ਹੈ। ਸਿਮੀਲਰਲੀ ਜੇ ਮੈਂ ਇੱਧਰਲੇ ਸੈਕਸ਼ਨ ਦੀ ਵੀ ਮੇਨਟੇਨੈਂਸ ਕਰਨੀ ਆ ਤਾਂ ਮੈਂ ਇੱਧਰਲਾ ਸੈਕਸ਼ਨ ਓਪਨ ਕਰੂੰਗਾ, ਇੱਧਰਲਾ ਕਲੋਜ਼ ਰਹਿਣ ਦੂੰਗਾ ਅਤੇ ਮੇਰਾ ਇੱਧਰਲਾ ਸੈਕਸ਼ਨ ਚੱਲੀ ਜਾਊਗਾ, ਇੱਧਰਲਾ ਸੈਕਸ਼ਨ ਜਿਹੜਾ ਉਹ ਬੰਦ ਹੋ ਜਾਊਗਾ। ਬਟ ਜਿਹੜੀ ਮੇਨਟੇਨੈਂਸ ਆ ਮੈਂ ਈਜ਼ੀਲੀ ਕੀ ਆ ਕੈਰੀ ਕਰ ਸਕਦਾ ਇੱਧਰਲੇ ਸੈਕਸ਼ਨ ਦੀ ਵੀ। ਹੁਣ ਜੇ ਮੰਨ ਲਓ ਫਾਲਟ ਆਉਂਦਾ, ਮੰਨ ਲਓ ਆ ਸਾਰੇ ਆਈਸੋਲੇਟਰ ਜਿਹੜੇ ਆ ਕਲੋਜ਼ਡ ਆ ਮੇਰੇ ਕੋਲ, ਸਿਸਟਮ 'ਚ ਕੋਈ ਵੀ ਫਾਲਟ ਆ ਗਿਆ, ਮੰਨ ਲਓ ਇਸ ਲਾਈਨ ਦੇ ਉੱਪਰ ਜਾਂ ਇਸ ਫੀਡਰ 'ਤੇ ਫਾਲਟ ਆ ਗਿਆ। ਹੁਣ ਜਦੋਂ ਫਾਲਟ ਆਇਆ ਕਰੰਟ ਬੈਕ ਜਾਣਾ, ਠੀਕ ਆ। ਸੋ ਇਹ ਮੰਨ ਲਓ ਸਰਕਟ ਬ੍ਰੇਕਰ ਤੋਂ ਹੋ ਕੇ ਬੱਸ ਬਾਰ ਤੱਕ ਚੱਲ ਜਾਂਦਾ ਫਾਲਟ ਮੇਰਾ, ਠੀਕ ਆ। ਵੈਸੇ ਤਾਂ ਸਰਕਟ ਬ੍ਰੇਕਰ ਲੱਗਾ ਹੋਇਆ, ਜੇ ਕੋਈ ਫਾਲਟ ਆਇਆ ਤਾਂ ਇੱਥੇ ਸਰਕਟ ਬ੍ਰੇਕਰ ਨੇ ਓਪਨ ਹੋ ਜਾਣਾ, ਬਟ ਕਈ ਕੰਡੀਸ਼ਨ ਦੇ ਵਿੱਚ ਜਿਹੜਾ ਫਾਲਟ ਜ਼ਿਆਦਾ ਹੋਵੇ ਤਾਂ ਬੱਸ ਬਾਰ ਤੱਕ ਪਹੁੰਚ ਜਾਂਦਾ। ਸੋ ਮੰਨ ਲਓ ਬੱਸ ਬਾਰ 'ਤੇ ਫਾਲਟ ਪਹੁੰਚ ਗਿਆ, ਤਾਂ ਜਦੋਂ ਬੱਸ ਬਾਰ 'ਤੇ ਫਾਲਟ ਪਹੁੰਚਿਆ ਤਾਂ ਉਹਨੇ ਕੀ ਕਰਨਾ, ਆਹ ਵਾਲਾ ਸਰਕਟ ਬ੍ਰੇਕਰ ਜਿਹੜਾ ਇਹਨੂੰ ਟ੍ਰਿਪ ਕਰ ਦੇਣਾ। ਸੋ ਆਹ ਵਾਲਾ ਸਰਕਟ ਬ੍ਰੇਕਰ ਜਦੋਂ ਟ੍ਰਿਪ ਹੋਣਾ ਤਾਂ ਕੀ ਹੋਣਾ, ਜਿਹੜੀ ਇੱਧਰਲੀ ਸਪਲਾਈ ਆ ਉਹ ਚੱਲੀ ਜਾਣੀ ਆ, ਬਟ ਇੱਧਰਲੀ ਸਪਲਾਈ ਜਿਹੜੀ ਆ ਇਹ ਬੰਦ ਹੋ ਜਾਣੀ ਹੈ। ਯਾਨੀ ਕਿ ਸਿਰਫ ਇੱਕ ਸੈਕਸ਼ਨ ਹੀ ਮੇਰਾ ਜਿਹੜਾ ਆ ਇਫੈਕਟ ਹੋਊਗਾ ਫਾਲਟ ਆਉਣ 'ਤੇ ਕਿਸੇ ਵੀ ਤਰ੍ਹਾਂ ਦਾ, ਦੂਸਰਾ ਸੈਕਸ਼ਨ ਜਿਹੜਾ ਆ ਉਹ 'ਤੇ ਕੋਈ ਇਫੈਕਟ ਨਹੀਂ ਪਊਗਾ। ਸਿਮੀਲਰਲੀ ਮੰਨ ਲਓ ਜੇ ਇਸ ਸੈਕਸ਼ਨ ਦੇ ਉੱਪਰ ਮੇਰੇ ਕੋਲ ਫਾਲਟ ਆਉਂਦਾ ਆ ਕੋਈ ਵੀ, ਤਾਂ ਜਿਹੜਾ ਇੱਧਰਲਾ ਸੈਕਸ਼ਨ ਆ, ਰਾਈਟ ਹੈਂਡ ਸਾਈਡ ਵਾਲਾ ਸੈਕਸ਼ਨ ਆ, ਇਹ ਜਿਹੜਾ ਹੈ ਇਹਦੀ ਵਰਕਿੰਗ 'ਤੇ ਕੋਈ ਇਫੈਕਟ ਨਹੀਂ ਪਊਗਾ, ਇਹ ਸੈਕਸ਼ਨ ਈਜ਼ੀਲੀ ਵਰਕ ਕਰੂਗਾ, ਠੀਕ ਆ। ਸੋ ਵਾਈਸ ਵਰਸਾ ਕਰੂਗਾ, ਜੇ ਇਹਦੀ ਮੇਨਟੇਨੈਂਸ ਕਰਨੀ ਆ ਤਾਂ ਇਹ ਚੱਲੀ ਜਾਊਗਾ, ਜੇ ਰਾਈਟ ਦੀ ਮੇਨਟੇਨੈਂਸ ਕਰਨੀ ਆ ਤਾਂ ਲੈਫਟ ਚੱਲੀ ਜਾਊਗਾ। ਜੇ ਲੈਫਟ 'ਤੇ ਫਾਲਟ ਆਇਆ, ਰਾਈਟ ਵਾਲੇ 'ਤੇ ਕੋਈ ਇਫੈਕਟ ਨਹੀਂ ਪਊਗਾ ਡਿਊ ਟੂ ਦਿਸ ਸਰਕਟ ਬ੍ਰੇਕਰ ਇੰਸਟਾਲਡ ਇਨ ਸੈਂਟਰ ਆਫ ਦਾ ਬੱਸ ਬਾਰ। ਅਤੇ ਜੇ ਇੱਧਰਲੇ ਸੈਕਸ਼ਨ ਦੇ ਉੱਪਰ ਕੋਈ ਫਾਲਟ ਆਇਆ ਤਾਂ ਇੱਧਰਲਾ ਸੈਕਸ਼ਨ ਈਜ਼ੀਲੀ ਚੱਲੀ ਜਾਊਗਾ ਮੇਰੇ ਕੋਲ। ਇਹ ਹੈਗਾ ਸਿੰਗਲ ਬੱਸ ਬਾਰ ਸਿਸਟਮ। ਸੋ ਇਹਦੀਆਂ ਐਡਵਾਂਟੇਜਸ ਆਪਾਂ ਪੜ੍ਹ ਲੈਂਦੇ, ਜੋ ਤੁਹਾਨੂੰ ਦੱਸਿਆ ਸੀ ਪਿੱਛੇ ਉਹੀ ਇਹਦੀਆਂ ਐਡਵਾਂਟੇਜਸ ਵੀ ਨੇ। ਸੋ ਕੀ ਐਡਵਾਂਟੇਜਸ ਨੇ ਇਹਦੀਆਂ, ਕਿ ਸਭ ਤੋਂ ਫਸਟ ਐਡਵਾਂਟੇਜ ਇਹਦੀ ਹੈਗੀ ਆ, ਰਿਪੇਅਰ ਐਂਡ ਮੇਨਟੇਨੈਂਸ ਕੈਨ ਬੀ ਡਨ ਬਾਈ ਡੀ ਐਨਰਜਾਈਜ਼ਿੰਗ ਅ ਪਰਟੀਕੂਲਰ ਸੈਕਸ਼ਨ ਡਿਊ ਟੂ ਵਿਚ ਅਦਰ ਸੈਕਸ਼ਨ ਸਪਲਾਈ ਇਜ਼ ਨਾਟ ਇੰਟਰਪਟਡ। ਯਾਨੀ ਕਿ ਜੇ ਮੈਂ ਰਿਪੇਅਰ ਅਤੇ ਮੇਨਟੇਨੈਂਸ ਕਰਨੀ ਹੈ ਇੱਕ ਪਰਟੀਕੂਲਰ ਸੈਕਸ਼ਨ ਦੀ, ਤਾਂ ਮੈਂ ਉਸੇ ਸੈਕਸ਼ਨ ਨੂੰ ਡੀ ਐਨਰਜਾਈਜ਼ ਕਰਕੇ ਜਿਹੜੀ ਆ ਉਹਦੀ ਮੇਨਟੇਨੈਂਸ ਕਰ ਸਕਦਾ, ਦੂਸਰੇ ਸੈਕਸ਼ਨ ਦੀ ਸਪਲਾਈ 'ਤੇ ਕੋਈ ਵੀ ਇਫੈਕਟ ਨਹੀਂ ਪਊਗਾ। ਸੋ ਆਹ ਦੇਖੋ, ਜੇ ਮੈਂ ਇਹਦੀ ਮੇਨਟੇਨੈਂਸ ਕਰਨੀ ਹੈ ਲੈਫਟ ਸਾਈਡ ਦੇ ਜਿਹੜਾ ਹੈਗਾ ਮੇਰੇ ਕੋਲ ਸੈਕਸ਼ਨ, ਤਾਂ ਇਹੀ ਜਿਹੜੀ ਸਪਲਾਈ ਆ ਉਹ ਇੰਟਰਪਟ ਹੋਊਗੀ, ਇਹਦੀ ਸਪਲਾਈ 'ਤੇ ਕੋਈ ਇਫੈਕਟ ਨਾ ਪਾਉਂਦੇ ਹੋਏ ਵੀ ਮੈਂ ਇਹਦੀ ਸਰਕਟ ਬ੍ਰੇਕਰ ਦੀ ਮੇਨਟੇਨੈਂਸ ਜਾਂ ਆਪਣੀ ਬੱਸ ਬਾਰ ਦੀ ਮੇਨਟੇਨੈਂਸ ਜਾਂ ਸੈਕਸ਼ਨ ਦੀ ਮੇਨਟੇਨੈਂਸ ਜਿਹੜੀ ਹੈ ਈਜ਼ੀਲੀ ਕਰ ਸਕਦਾ। ਸੋ ਇਹਦੇ ਨਾਲ ਕੀ ਹੋਊਗਾ, ਇਹਦੀ ਸਪਲਾਈ ਜਿਹੜੀ ਹੈ ਸਿਰਫ ਇਫੈਕਟ ਹੋਊਗੀ, ਇਹਦੀ ਸਪਲਾਈ 'ਤੇ ਕੋਈ ਇਫੈਕਟ ਨਹੀਂ ਪਊਗਾ। ਸੈਕਿੰਡ, ਵੈਨ ਫਾਲਟ ਅਕਰ ਓਨਲੀ ਵਨ ਸੈਕਸ਼ਨ ਇਜ਼ ਇਫੈਕਟਡ। ਇਹ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਾ, ਜਦੋਂ ਫਾਲਟ ਆਊਗਾ ਸਿਰਫ ਇੱਕ ਸੈਕਸ਼ਨ 'ਤੇ ਇਫੈਕਟ ਪਊਗਾ, ਦੂਸਰਾ ਦੀ ਸਪਲਾਈ ਜਿਹੜੀ ਆ ਉਹ ਚੱਲੀ ਜਾਊਗੀ। ਨੈਕਸਟ, ਸਰਕਟ ਬ੍ਰੇਕਰ ਆਫ ਲੋਅਰ ਰਪਚਰਿੰਗ ਕਪੈਸਿਟੀ ਕੈਨ ਬੀ ਯੂਜ਼ਡ ਬਿਕੋਜ਼ ਇਫ ਫਾਲਟ ਅਕਰ ਔਨ ਐਨੀ ਫੀਡਰ ਦਾ ਫਾਲਟ ਕਰੰਟ ਇਜ਼ ਮਚ ਲੋਅਰ। ਸੋ ਹੁਣ ਇੱਥੋਂ ਮੈਂ ਇੱਥੇ ਕੀ ਕੀਤਾ, ਦੇਖੋ ਸੈਕਸ਼ਨ ਬਣਾਤੇ ਆ ਨਾ, ਦੋ ਸੈਕਸ਼ਨ ਬਣਾਉਣ ਕਰਕੇ ਮੇਰੇ ਕੋਲ ਕੀ ਹੋਇਆ ਕਿ ਜਿਹੜਾ ਫਾਲਟ ਕਰੰਟ ਸੀਗਾ ਉਹ ਵੀ ਘਟ ਗਿਆ। ਉਹੀ ਜੇ ਮੇਰਾ ਇੱਕ ਸੈਕਸ਼ਨ ਹੁੰਦਾ ਤਾਂ ਜਿਹੜਾ ਫਾਲਟ ਕਰੰਟ ਹੋਣਾ ਸੀ ਉਹਦੀ ਵੈਲਿਊ ਬਹੁਤ ਇਨਕਰੀਜ਼ ਹੋ ਜਾਣੀ ਸੀ, ਜਿਹਦੇ ਕਰਕੇ ਮੈਨੂੰ ਸਰਕਟ ਬ੍ਰੇਕਰ ਜਿਹੜਾ ਸੀਗਾ ਉਹਦੀ ਕਪੈਸਿਟੀ ਜਿਹੜੀ ਸੀਗੀ ਉਹ ਵਧਾਉਣੀ ਪੈਣੀ ਸੀ, ਅਤੇ ਜਿੰਨੀ ਕਪੈਸਿਟੀ ਸਰਕਟ ਬ੍ਰੇਕਰ ਦੀ ਇਨਕਰੀਜ਼ ਹੋ ਗਈ ਉਨੀ ਸਰਕਟ ਬ੍ਰੇਕਰ ਦੀ ਕੋਸਟ ਵੀ ਮੇਰੇ ਕੋਲ ਜਿਹੜੀ ਆ ਇਨਕਰੀਜ਼ ਹੋ ਜਾਣੀ ਹੈ। ਉਨੀ ਹੀ ਮੈਨੂੰ ਜਿਹੜਾ ਆ ਕੰਡਕਟਰ ਦੀ ਕੋਸਟ ਵੀ ਜ਼ਿਆਦਾ ਹੋਣੀ ਹੈ, ਅਤੇ ਬੱਸ ਬਾਰ ਵੀ ਉਨੀ ਜ਼ਿਆਦਾ ਮੈਨੂੰ ਕੀ ਆ ਮੋਟੀ ਬਣਾਉਣੀ ਪੈਣੀ ਆ, ਥਿੱਕ ਬਣਾਉਣੀ ਪੈਣੀ ਆ ਕਰੰਟ ਨੂੰ ਕੈਰੀ ਕਰਨ ਵਾਸਤੇ। ਸੋ ਇਸ ਕਰਕੇ ਇੱਥੇ ਓਵਰਆਲ ਕੋਸਟ ਜਿਹੜੀ ਆ ਮੇਰੀ ਉਹ ਵੀ ਰਿਡਿਊਸ ਹੋ ਜਾਣੀ ਹੈ, ਕਿਉਂਕਿ ਦੇਖੋ ਇੱਥੇ ਅਲੱਗ-ਅਲੱਗ ਸੈਕਸ਼ਨ ਮੇਰੇ ਬਣ ਚੁੱਕੇ ਆ। ਇੱਥੇ ਜਿਹੜਾ ਫਾਲਟ ਆ ਦੇਖੋ, ਇੱਧਰਲਾ ਅਲਟਰਨੇਟਰ ਜਿਹੜੇ ਦੋ ਆ ਇਹਨਾਂ ਦਾ ਅਲੱਗ ਸੈਕਸ਼ਨ ਹੈ, ਇੱਧਰਲੇ ਦੋ ਅਲਟਰਨੇਟਰਸ ਦਾ ਅਲੱਗ ਸੈਕਸ਼ਨ ਆ। ਇਸ ਕਰਕੇ ਜੇ ਬੱਸ ਬਾਰ 'ਤੇ ਕੋਈ ਫਾਲਟ ਹੁੰਦਾ ਤਾਂ ਫਾਲਟ ਕਰੰਟ ਜਿਹੜਾ ਹੋਊਗਾ ਲਿਮਿਟਿਡ ਹੋਊਗਾ, ਘੱਟ ਹੋਊਗਾ, ਜਿਹਦੇ ਕਰਕੇ ਘੱਟ ਰਪਚਰਿੰਗ ਕਪੈਸਿਟੀ ਦੇ ਜਾਂ ਘੱਟ ਕਪੈਸਿਟੀ ਦੇ ਸਰਕਟ ਬ੍ਰੇਕਰ ਜਿਹੜੇ ਆ ਮੈਂ ਉਹਨਾਂ ਨੂੰ ਸਿਸਟਮ 'ਚ ਇੰਸਟਾਲ ਕਰ ਸਕਦਾ। ਨੈਕਸਟ ਐਡਵਾਂਟੇਜ,
For future expansion, any number of generators and feeders can be installed to bus bar without affecting the existing system. यानी कि फ्यूचर एक्सपेंशन करनी है, मान लो ਹੁਣ ਮੇਰਾ ਲੋਡ ਜਿਹੜਾ ਆ ਇਨਕਰੀਜ਼ ਹੋ ਗਿਆ, ਏਰੀਆ ਇਨਕਰੀਜ਼ ਹੋ ਗਿਆ, ਤਾਂ ਮੈਨੂੰ ਕੀ ਆ ਨੀਡ ਆ ਕਿ ਮੈਂ ਹੋਰ ਜਿਹੜਾ ਆ ਇੱਥੇ ਸਰਕਟ ਬ੍ਰੇਕਰ ਜਿਹੜਾ ਲਗਾ ਕੇ ਤੇ ਇੱਕ ਹੋਰ ਫੀਡਰ ਜਿਹੜਾ ਆ ਉਹਨੂੰ ਇੰਸਟਾਲ ਕਰਾਂ ਤਾਂ ਕਿ ਜਿਹੜਾ ਲੋਡ ਆ ਉਹ ਸਾਰੇ ਫੀਡਰਸ 'ਤੇ ਇਕੁਅਲ ਜਾ ਸਕੇ। ਜਿੱਦਾਂ ਮੰਨ ਲਓ ਆ ਮੇਰੇ ਕੋਲ ਇੱਕ ਫੀਡਰ ਜਾਂਦਾ ਆ ਜਿਹਦੀ ਕਪੈਸਿਟੀ 200 ਐਂਪੀਅਰ ਦੀ ਆ, ਬਟ ਹੁਣ ਕੀ ਆ ਮੈਕਸੀਮਮ 200 ਐਂਪੀਅਰ ਦੀ ਕਪੈਸਿਟੀ, ਬਟ ਇਸ ਜਿਹੜੇ ਏਰੀਏ ਨੂੰ ਇਹ ਫੀਡਰ ਫੈਡ ਕਰ ਰਿਹਾ ਆ ਉੱਥੇ ਕੀ ਆ ਮੇਰੇ ਕੋਲ ਹੋਰ ਜ਼ਿਆਦਾ ਲੋਡ ਇਨਕਰੀਜ਼ ਹੋ ਗਿਆ ਆ। ਲੋਡ ਇਨਕਰੀਜ਼ ਹੋਣ ਦਾ ਮਤਲਬ ਕੋਈ ਉੱਥੇ ਇੰਡਸਟਰੀ ਲੱਗ ਗਈਆਂ 2-4 ਜਾਂ ਕੁਛ ਹੋਰ ਉੱਥੇ ਡੋਮੈਸਟਿਕ ਜਿਹੜੀ ਆ ਕੰਸਟਰਕਸ਼ਨ ਹੋ ਚੁੱਕੀ ਆ। ਸੋ ਹੁਣ ਲੋਡ ਇਨਕਰੀਜ਼ ਹੋ ਗਿਆ ਤਾਂ ਜੇ ਇਹ ਜਿਹੜਾ ਸਰਕਟ ਬ੍ਰੇਕਰ ਆ ਇਹਨਾਂ ਲੋਡ ਨਹੀਂ ਕੈਰੀ ਕਰ ਸਕਦਾ, ਇਹ ਵੀ ਸਰਕਟ ਬ੍ਰੇਕਰ ਨਹੀਂ ਕੈਰੀ ਕਰ ਸਕਦਾ। ਸੋ ਮੇਰੀ ਨੀਡ ਹੈ ਕਿ ਮੈਂ ਇਹਦੇ ਨਾਲ ਇੱਕ ਹੋਰ ਜਿਹੜਾ ਆ ਇੱਕ ਪਲਾਂਟ ਇੱਕ ਹੋਰ ਬ੍ਰੇਕਰ ਇੰਸਟਾਲ ਕਰਕੇ ਇੱਕ ਹੋਰ ਫੀਡਰ ਇੰਸਟਾਲ ਕਰਾਂ ਜਾਂ 2 ਫੀਡਰ ਇੰਸਟਾਲ ਕਰਾਂ, ਜਾਂ ਫਿਰ ਮੰਨ ਲਓ ਮੈਂ ਇੱਕ ਅਲਟਰਨੇਟਰ ਹੀ ਇੱਥੇ ਚਾਹੁੰਦਾ ਹਾਂ ਕਿ ਮੈਂ ਨਵਾਂ ਲਗਾਵਾਂ। ਠੀਕ ਹੈ, ਸੋ ਉਹ ਵੀ ਜਦੋਂ ਮੈਂ ਕਰਨਾ ਆ ਫਿਊਚਰ ਐਕਸਪੈਂਸ਼ਨ ਵੀ ਮੈਂ ਕਰਨੀ ਆ, ਕੋਈ ਵੀ ਨੰਬਰ ਆਫ ਜਨਰੇਟਰ ਜਾਂ ਕੋਈ ਵੀ ਨੰਬਰ ਆਫ ਫੀਡਰ ਜਿਹੜੇ ਆ ਇੰਸਟਾਲ ਕਰਨੇ ਆ, ਤਾਂ ਐਗਜ਼ਿਸਟਿੰਗ ਸਿਸਟਮ ਜਿਹੜਾ ਆ ਸਿਸਟਮ ਐਗਜ਼ਿਸਟ ਕਰ ਰਿਹਾ, ਜਿਹੜਾ ਪਹਿਲਾਂ ਹੀ ਸਿਸਟਮ ਚੱਲ ਰਿਹਾ ਉਹਨੂੰ ਇਫੈਕਟ ਕੀਤੇ ਬਿਨਾਂ ਹੀ, ਉਹਦੀ ਕੰਸਟਰਕਸ਼ਨ ਨੂੰ ਇਫੈਕਟ ਕੀਤੇ ਬਿਨਾਂ ਹੀ ਮੈਂ ਕੀ ਆ ਨਵਾਂ ਜਿਹੜਾ ਸਰਕਟ ਬ੍ਰੇਕਰ ਜਾਂ ਫੀਡਰ ਆ ਇੱਥੇ ਇੰਸਟਾਲ ਕਰ ਸਕਦਾ, ਜਾਂ ਫਿਰ ਮੈਂ ਇੱਥੇ ਕੀ ਆ ਇੱਕ ਹੋਰ ਸੈਕਸ਼ਨ ਬਣਾ ਕੇ ਤੇ ਮੈਂ ਇੱਕ ਨਵਾਂ ਅਲਟਰਨੇਟਰ ਵੀ ਜਿਹੜਾ ਇੱਥੇ ਲਗਾ ਸਕਦਾ। ਠੀਕ ਹੈ, ਸੋ ਇਹੀ ਆ ਪੁਆਇੰਟ ਕਿ ਜਦੋਂ ਵੀ ਫਿਊਚਰ ਐਕਸਪੈਂਸ਼ਨ ਯਾਨੀ ਕਿ ਫਿਊਚਰ 'ਚ ਮੰਨ ਲਓ ਮੈਂ ਲੋਡ ਜਿਹੜਾ ਮੇਰਾ ਇਨਕਰੀਜ਼ ਹੁੰਦਾ ਆ ਅਤੇ ਮੇਰੀ ਨੀਡ ਆ ਕਿ ਮੈਂ ਉੱਥੇ ਹੋਰ ਜਨਰੇਟਰਸ ਜਾਂ ਹੋਰ ਫੀਡਰ ਲਗਾਵਾਂ, ਇਹਦੇ ਨਾਲ ਹੀ ਮੇਰੀ ਨੀਡ ਆ ਕਿ ਮੈਂ ਇੱਥੇ ਹੋਰ ਜਨਰੇਟਰ ਅਤੇ ਹੋਰ ਫੀਡਰ ਲਗਾਵਾਂ, ਤਾਂ ਉਹਦੇ ਵਾਸਤੇ ਕੀ ਆ ਮੈਨੂੰ ਈਜ਼ੀ ਹੋ ਜੂਗੀ, ਜਿਹੜਾ ਇੰਸਟਾਲੇਸ਼ਨ ਆ ਉਹਦੀ ਬਹੁਤ ਈਜ਼ੀ ਹੋ ਜੂਗੀ, ਬਿਕੋਜ਼ ਇੱਥੇ ਮੈਂ ਇੱਕ ਹੋਰ ਸੈਕਸ਼ਨ ਬਣਾ ਕੇ ਆਈਸੋਲੇਟਰ ਸਰਕਟ ਬ੍ਰੇਕਰ ਲਾ ਕੇ ਅੱਗੇ ਕੀ ਹੈ ਇਹਨੂੰ ਐਕਸਪੈਂਡ ਕਰ ਸਕਦਾ ਸਰਕਟ ਨੂੰ। ਸੋ ਇਹ ਵੀ ਇਹਦਾ ਇੱਕ ਮੇਜਰ ਐਡਵਾਂਟੇਜ ਆ ਆਪਣੇ ਕੋਲ ਕਿ ਬਾਕੀ ਸਿਸਟਮ ਨੂੰ ਇਫੈਕਟ ਕੀਤੇ ਬਿਨਾਂ ਹੀ ਮੈਂ ਜਨਰੇਟਰ ਅਤੇ ਫੀਡਰ ਹੋਰ ਜਿਹੜੇ ਆ ਇਹਦੇ ਵਿੱਚ ਐਡ ਕਰ ਸਕਦਾ, ਐਕਸਪੈਂਡ ਕਰ ਸਕਦਾ ਸਿਸਟਮ ਨੂੰ। ਬਾਕੀ ਅੱਗੇ ਡਿਸਐਡਵਾਂਟੇਜ ਦੀ ਗੱਲ ਕਰੀਏ ਤਾਂ ਇਹਦਾ ਸਿਰਫ ਦੇਖੋ ਇੱਕੋ ਡਿਸਐਡਵਾਂਟੇਜ ਆਪਣੇ ਕੋਲ ਹੈਗਾ ਆ, ਉਹ ਕੀ ਆ ਹੁਣ ਦੇਖੋ ਇਹਦੇ ਜਿਹੜਾ ਆਪਾਂ ਫਸਟ ਦੀ ਗੱਲ ਕਰੀਏ ਤਾਂ ਇੱਥੇ ਕੀ ਸੀਗਾ ਬੱਸ ਬਾਰ 'ਚ ਕੋਈ ਵੀ ਆਈਸੋਲੇਟਰ ਜਾਂ ਸਰਕਟ ਬ੍ਰੇਕਰ ਨਹੀਂ ਮੇਰੇ ਕੋਲ ਇੰਸਟਾਲ ਸੀਗਾ, ਬਟ ਡਬਲ ਬੱਸ ਬਾਰ ਸਿਸਟਮ ਜਾਂ ਡਬਲ ਨਹੀਂ ਸਿੰਗਲ ਬੱਸ ਬਾਰ ਸਿਸਟਮ ਜਿਹਦੇ ਵਿੱਚ ਆਪਾਂ ਸੈਕਸ਼ਨਲਾਈਜੇਸ਼ਨ ਕਰ ਦਿੰਦੇ ਆ, ਉਹਦੇ ਵਿੱਚ ਕੀ ਹੋ ਰਿਹਾ, ਉਹਦੇ ਵਿੱਚ ਸੈਕਸ਼ਨ ਬਣਾਉਣ ਵਾਸਤੇ ਨਾ ਮੈਂ ਸੈਂਟਰ ਦੇ ਵਿੱਚ ਕੀ ਆ 2 ਆਈਸੋਲੇਟਰ ਅਤੇ ਇੱਕ ਸਰਕਟ ਬ੍ਰੇਕਰ ਨੂੰ ਯੂਜ਼ ਕੀਤਾ ਹੋਇਆ। ਸੋ ਇਹ ਜਿਹੜੀ ਚੀਜ਼ ਆ ਇਹ ਕੀ ਆ ਓਵਰਆਲ ਕੋਸਟ ਜਿਹੜੀ ਆ ਮੇਰੀ ਇਨਕਰੀਜ਼ ਕਰ ਰਹੀ ਹੈ। ਜੇ ਮੈਂ ਫਿਊਚਰ ਐਕਸਪੈਂਸ਼ਨ ਵੀ ਕਰਨੀ ਹੈ ਯਾਨੀ ਕਿ ਲੋਡ ਇਨਕਰੀਜ਼ ਹੋਇਆ ਫਿਊਚਰ ਦੇ ਵਿੱਚ ਮੇਰਾ, ਤਾਂ ਉਹਦੇ ਵਾਸਤੇ ਵੀ ਮੈਂ ਕੀ ਆ ਸਰਕਟ ਬ੍ਰੇਕਰ ਅਤੇ ਆਈਸੋਲੇਟਰ ਹੋਰ ਇੰਸਟਾਲ ਕਰੂੰਗਾ, ਜਿਨ੍ਹਾਂ ਦੇ ਕਰਕੇ ਕੋਸਟ ਮੇਰੀ ਹੋਰ ਇਨਕਰੀਜ਼ ਹੋਣੀ। ਸੋ ਇਹੀ ਇੱਕ ਮੇਜਰ ਡਿਸਐਡਵਾਂਟੇਜ ਹੈ ਇਹਦਾ ਕਿ ਦਾ ਓਨਲੀ ਡਿਸਐਡਵਾਂਟੇਜ ਆਫ ਦਿਸ ਮੈਥਡ ਇਜ਼ ਦੈਟ ਐਡੀਸ਼ਨ ਆਫ ਸਰਕਟ ਬ੍ਰੇਕਰ ਐਂਡ ਆਈਸੋਲੇਟਰ ਇਨਕਰੀਜ਼ ਦਾ ਓਵਰਆਲ ਕੋਸਟ, ਜਿਹੜੀ ਓਵਰਆਲ ਕੋਸਟ ਇਹਨਾਂ ਕਰਕੇ ਕੀ ਹੈ ਇਨਕਰੀਜ਼ ਹੋ ਜਾਂਦੀ ਹੈ। ਨੈਕਸਟ ਮੇਰੇ ਕੋਲ ਆ ਜਾਂਦਾ ਹੈ ਰਿੰਗ ਮੇਨ ਬੱਸ ਬਾਰ ਸਿਸਟਮ, ਜਾਂ ਫਿਰ ਜਿਹਨੂੰ ਆਪਾਂ ਮੈਸ਼ ਬੱਸ ਬਾਰ ਸਿਸਟਮ ਵੀ ਕਹਿ ਦਿੰਦੇ ਜਾਂ ਮੈਸ਼ ਜਾਂ ਰਿੰਗ ਲੇਆਊਟ ਵੀ ਕਹਿ ਦਿੰਦੇ ਹਾਂ। ਸੋ ਇਹ ਜਿਹੜਾ ਸਿਸਟਮ ਆ ਇਹਦੀ ਆ ਦੇਖੋ ਰਿੰਗ ਆ ਨਾ, ਰਿੰਗ ਰਾਊਂਡ ਹੁੰਦੀ ਨਾ ਸ਼ੇਪ 'ਚ, ਸੋ ਇਹ ਵੀ ਜਿਹੜਾ ਆਪਣੇ ਕੋਲ ਅਰੇਂਜਮੈਂਟ ਹੁੰਦਾ ਜਾਂ ਬੱਸ ਬਾਰ ਦਾ ਸਿਸਟਮ ਹੁੰਦਾ ਇਹ ਰਾਊਂਡ ਹੁੰਦਾ ਆਲਮੋਸਟ, ਇੱਥੇ ਸਕੁਅਰ ਸ਼ੋ ਕੀਤਾ ਜਾਂ ਇਹਨੂੰ ਰਾਊਂਡ ਵੀ ਤੁਸੀਂ ਬਣਾ ਸਕਦੇ ਆ, ਉਹ ਕੋਈ ਪ੍ਰੋਬਲਮ ਨਹੀਂ ਆ। ਸੋ ਇਹ ਜਿਹੜਾ ਹੁੰਦਾ ਇਸ ਸ਼ੇਪ ਦੇ ਵਿੱਚ ਹੁੰਦਾ ਆਪਣੇ ਕੋਲ ਰਿੰਗ ਜਾਂ ਮੈਸ਼ ਦੀ ਸ਼ੇਪ ਦੇ ਵਿੱਚ ਹੁੰਦਾ ਜਿਹੜਾ ਇਹ ਵਾਲਾ ਲੇਆਊਟ ਹੁੰਦਾ। ਡਾਇਗਰਾਮ ਦੇਖੋ ਇਹਦੇ ਵਿੱਚ ਹੁਣ ਕੀ ਆ ਮੇਰੇ ਕੋਲ ਇੱਕ ਕਾਮਨ ਕੀ ਹੋਊਗਾ, ਮੇਰੇ ਕੋਲ ਇੱਕ ਜਨਰੇਟਿੰਗ ਸਟੇਸ਼ਨ ਹੋਊਗਾ, ਉਹ ਜਨਰੇਟਿੰਗ ਸਟੇਸ਼ਨ ਜਿਹੜਾ ਇੱਕ ਕਾਮਨ ਬੱਸ ਬਾਰ ਜਿਹੜਾ ਉਹਨੂੰ ਸਪਲਾਈ ਦਿੰਦਾ ਹੋਊਗਾ, ਅਤੇ ਉੱਥੋਂ ਅੱਗੇ ਕੀ ਆ ਮੈਂ ਆਪਣੇ ਫੀਡਰ ਜਿਹੜੇ ਆ ਅਲੱਗ-ਅਲੱਗ ਜਗ੍ਹਾ 'ਤੇ ਜਿਹੜੇ ਫੀਡ ਕਰਦੇ ਆ ਉਹ ਕੱਢੇ ਹੋਣਗੇ। ਠੀਕ ਆ, ਇਹ ਇਹਦੀ ਸਿੰਪਲ ਜੀ ਕੰਸਟਰਕਸ਼ਨ ਹੁੰਦੀ ਹੈ, ਇੱਕ ਰਿੰਗ ਦੀ ਫਾਰਮ ਦੇ ਵਿੱਚ ਹੁੰਦਾ ਜਾਂ ਮੈਸ਼ ਦੀ ਫਾਰਮ ਦੇ ਵਿੱਚ ਇਹ ਹੁੰਦਾ। ਸੋ ਐਡਵਾਂਟੇਜ ਦੀ ਜੇ ਆਪਾਂ ਗੱਲ ਕਰੀਏ ਤਾਂ ਇਹ ਜਿਹੜਾ ਸਿਸਟਮ ਹੁੰਦਾ ਇਹਦੀ ਇਨੀਸ਼ੀਅਲ ਕਾਸਟ ਘੱਟ ਹੁੰਦੀ ਹੈ, ਕਿਉਂਕਿ ਜਿੰਨੇ ਸਰਕਟ ਬ੍ਰੇਕਰ ਆਪਾਂ ਨੂੰ ਜਿਹੜੇ ਸੀਗੇ ਉੱਥੇ ਚਾਹੀਦੇ ਸੀ ਸਿੰਗਲ ਬੱਸ ਬਾਰ ਸਿਸਟਮ 'ਚ, ਉਨੇ ਹੀ ਸਰਕਟ ਬ੍ਰੇਕਰ ਇੱਥੇ ਚਾਹੀਦੇ ਆ, ਕੋਈ ਐਡੀਸ਼ਨ ਸਰਕਟ ਬ੍ਰੇਕਰ ਜਿਹੜਾ ਇਹਦੀ ਲੋੜ ਨਹੀਂ, ਇਸ ਕਰਕੇ ਇਹ ਜਿਹੜਾ ਸਿਸਟਮ ਆ ਇਹ ਆਪਣੇ ਕੋਲ ਠੀਕ ਆ, ਇਹਦੀ ਕਾਸਟ ਜਿਹੜੀ ਆ ਘੱਟ ਆ। ਨੈਕਸਟ ਕੀ ਇਨ ਦਿਸ ਮੈਥਡ ਈਚ ਫੀਡਰ ਇਜ਼ ਫੈਡ ਫਰੋਮ 2 ਸਾਈਡ। ਦੇਖੋ ਹੁਣ ਆ ਮੇਰੇ ਕੋਲ ਫੀਡਰ ਨੰਬਰ 8 ਦੀ ਐਗਜ਼ਾਮਪਲ ਲਈਏ ਤਾਂ ਕੀ ਆ ਇਹ ਰਾਈਟ ਤੋਂ ਵੀ ਹੋ ਰਿਹਾ, ਬਾਟਮ ਤੋਂ ਵੀ ਫੈਡ ਹੋ ਰਿਹਾ। ਸਿਮਿਲਰਲੀ ਜਿਵੇਂ ਫੀਡਰ 2 ਦੀ ਐਗਜ਼ਾਮਪਲ ਲਵਾਂ, ਇਹ ਵੀ ਆਪਣੇ ਟੌਪ ਤੋਂ ਵੀ ਹੋ ਰਿਹਾ ਅਤੇ ਰਾਈਟ ਸਾਈਡ ਤੋਂ ਵੀ ਜਿਹੜਾ ਫਿੱਡ ਹੋ ਰਿਹਾ, ਯਾਨੀ ਕਿ ਹਰ ਫੀਡਰ ਜਿਹੜਾ 2 ਸਾਈਡ ਤੋਂ ਫਿੱਡ ਹੋ ਰਿਹਾ। ਅਤੇ ਜੇ ਮੰਨ ਲਓ ਮੇਰੇ ਕੋਲ ਕਿਤੇ ਬੱਸ ਬਾਰ ਦੇ ਵਿੱਚ ਫਾਲਟ ਆਉਂਦਾ ਵੀ ਆ, ਮੰਨ ਲਓ ਇੱਧਰ ਹੀ ਸਪਲਾਈ ਬੰਦ ਹੋ ਜਾਂਦੀ ਆ, ਤਾਂ ਵੀ ਜਿਹੜਾ ਮੇਰਾ ਫੀਡਰ ਆ ਇਹ ਦੂਸਰੀ ਸਾਈਡ ਤੋਂ ਕੀ ਹੋਊਗਾ ਚੱਲੀ ਜਾਊਗਾ, ਜਿਹਦੇ ਕਰਕੇ ਓਵਰਆਲ ਸਿਸਟਮ ਦੀ ਜਿਹੜੀ ਮੇਰੀ ਰਿਲਾਈਬਿਲਿਟੀ ਆ ਉਹ ਇਨਕਰੀਜ਼ ਹੋ ਜਾਂਦੀ ਹੈ। ਸੋ ਇਨ ਦਿਸ ਮੈਥਡ ਈਚ ਫੀਡਰ ਇਜ਼ ਫੈਡ ਫਰੋਮ 2 ਸਾਈਡਸ। ਇਫ ਫਾਲਟ ਅਕਰ ਔਨ ਐਨੀ ਸੈਕਸ਼ਨ ਆਫ ਦਾ ਬੱਸ ਬਾਰ ਦਾ ਸਪਲਾਈ ਕੈਨ ਬੀ ਮੇਨਟੇਨਡ ਫਰੋਮ ਅਦਰ ਸੈਕਸ਼ਨ ਵਿਚ ਇੰਪਰੂਵ ਰਿਲਾਈਬਿਲਿਟੀ ਆਫ ਸਿਸਟਮ। ਸੋ ਜੇ ਆਪਾਂ 6 ਨੰਬਰ ਫੀਡਰ ਦੀ ਵੀ ਮੰਨ ਲਓ ਗੱਲ ਕਰੀਏ ਤਾਂ ਇਹ ਵੀ ਦੇਖੋ 2 ਸਰਕਟ ਬ੍ਰੇਕਰ ਤੋਂ ਜਿਹੜਾ ਇਹ ਹੋ ਰਿਹਾ ਆ ਆਪਣੇ ਕੋਲ ਆਪਰੇਟ,
ਤੇ ਜੇ ਮੰਨ ਲਓ ਮੇਰਾ ਇੱਧਰਲਾ ਜਿਹੜਾ ਹੈਗਾ ਆ ਮੇਰੇ ਕੋਲ ਸਰਕਟ, ਇਹ ਜੇ ਮੰਨ ਲਓ ਬੰਦ ਵੀ ਹੋ ਜਾਂਦਾ ਜਾਂ ਇਹ ਬੱਸ ਬਾਰ ਦੇ ਵਿੱਚ ਕਿਸੇ ਤਰ੍ਹਾਂ ਦੀ ਪ੍ਰੋਬਲਮ ਵੀ ਆ ਜਾਂਦੀ ਆ, ਤਾਂ ਮੈਂ ਕੀ ਆ ਜਿਹੜਾ ਆਹ ਵਾਲਾ ਆਈਸੋਲੇਟਰ ਆ ਇਹਨੂੰ ਕਲੋਜ਼ ਕਰਕੇ ਈਜ਼ੀਲੀ ਜਿਹੜਾ ਫੀਡਰ ਨੰਬਰ 6 ਆ ਇਹਨੂੰ ਇੱਥੋਂ ਸਪਲਾਈ ਦੇ ਸਕਦਾ। ਸਿਮਿਲਰਲੀ ਮੰਨ ਲਓ ਫੀਡਰ ਨੰਬਰ 4 ਜਿਹੜਾ ਹੈ ਇਹਨੂੰ ਇੱਧਰੋਂ ਸਪਲਾਈ ਮੇਨਲੀ ਬੰਦ ਹੋ ਗਈ ਆ, ਤਾਂ ਮੈਂ ਕੀ ਆ ਇਸ ਸਰਕਟ ਬ੍ਰੇਕਰ ਨੂੰ ਕੀ ਆ ਔਨ ਕਰਕੇ ਆਈਸੋਲੇਟਰ ਜਿਹੜਾ ਹੈ ਇਹਨੂੰ ਜੋੜ ਕੇ ਤੇ ਇੱਧਰੋਂ ਫੀਡਰ 4 ਨੂੰ ਸਪਲਾਈ ਦੇ ਸਕਦਾ। ਸਿਮਿਲਰਲੀ ਫੀਡਰ 7 ਦਾ ਵੀ ਇੱਦਾਂ ਹੀ ਆ, ਜੇ ਟੌਪ ਤੋਂ ਸਪਲਾਈ ਬੰਦ ਹੁੰਦੀ ਆ ਮੈਂ ਬਾਟਮ ਵਾਲਾ ਆਈਸੋਲੇਟਰ ਜੋੜ ਕੇ ਤੇ ਸਪਲਾਈ ਦੇ ਸਕਦਾ। ਬਾਕੀ ਸਪਲਾਈ ਬੰਦ ਹੋਣ ਕਾਫੀ ਵਜ੍ਹਾ ਹੋ ਸਕਦੀ ਹੈ, ਕਿਸੇ ਫਾਲਟ ਕਰਕੇ ਵੀ ਬੰਦ ਹੋ ਸਕਦਾ ਜਾਂ ਮੇਨਟੇਨੈਂਸ ਕਰਕੇ ਵੀ ਆਪਾਂ ਇੰਨੇ ਏਰੀਏ ਨੂੰ ਬੰਦ ਕਰ ਸਕਦੇ ਹਾਂ, ਬਟ ਸਪਲਾਈ ਆਪਾਂ ਦੂਸਰੇ ਤੋਂ ਚਲਾ ਸਕਦੇ ਹਾਂ। ਨੈਕਸਟ ਆ ਜਾਂਦਾ ਰਿਪੇਅਰ ਐਂਡ ਮੇਨਟੇਨੈਂਸ ਔਨ ਐਨੀ ਸੈਕਸ਼ਨ ਕੈਨ ਬੀ ਕੈਰੀਡ ਆਊਟ ਬਾਈ ਆਈਸੋਲੇਟਿੰਗ ਦੈਟ ਸੈਕਸ਼ਨ ਵਿਦਾਊਟ ਅਫੈਕਟਿੰਗ ਦਾ ਰਿਮੇਨਿੰਗ ਸੈਕਸ਼ਨ। ਸੋ ਇਹ ਵੀ ਇਹਦਾ ਇੱਕ ਐਡਵਾਂਟੇਜ ਆ ਜਾਂਦਾ ਕਿ ਜੇ ਮੰਨ ਲਓ ਮੈਂ ਰਿਪੇਅਰ ਕਰਨੀ ਹੈ ਇਸ ਸੈਕਸ਼ਨ ਦੇ ਉੱਪਰ, ਤਾਂ ਕੀ ਆ ਮੈਂ ਦੋਨੋਂ ਪਾਸਿਓਂ ਜਿਹੜੇ ਆਈਸੋਲੇਟਰ ਆ ਇਹਨਾਂ ਨੂੰ ਓਪਨ ਕਰ ਦੂੰਗਾ। ਠੀਕ ਆ, ਮੰਨ ਲਓ ਮੈਂ 852 ਸਰਕਟ ਬ੍ਰੇਕਰ ਜਿਹੜਾ ਲੱਗਾ ਹੋਇਆ ਇਹਦੀ ਜਿਹੜੀ ਬੱਸ ਬਾਰ ਆ ਇੱਥੇ ਆਪਾਂ ਕੀ ਕਰਨੀ ਆ, ਇਹਦੀ ਮੇਨਟੇਨੈਂਸ ਕਰਨੀ ਆ ਜਾਂ ਕੋਈ ਵਰਕ ਕੈਰੀ ਆਊਟ ਕਰਨਾ ਜਾਂ ਕੋਈ ਫਾਲਟ ਨੂੰ ਕਲੀਅਰ ਕਰਨਾ, ਤਾਂ ਕੀ ਆ ਆਹ ਵਾਲਾ ਆਈਸੋਲੇਟਰ ਓਪਨ ਕਰਾਂਗੇ, ਆਹ ਵਾਲਾ ਆਈਸੋਲੇਟਰ ਓਪਨ ਕਰਾਂਗੇ, ਫੀਡਰ 8 ਨੂੰ ਸਪਲਾਈ ਦੇਣੀ ਆ, ਇੱਧਰੋਂ ਆਈਸੋਲੇਟਰ ਕਲੋਜ਼ ਕਰਾਂਗੇ, ਫੀਡਰ 7 ਨੂੰ ਸਪਲਾਈ ਦੇਣੀ ਆ ਤਾਂ ਬਾਟਮ ਵਾਲਾ ਆਈਸੋਲੇਟਰ ਆਪਾਂ ਕਲੋਜ਼ ਕਰ ਦਾਂਗੇ। ਸੋ ਹੁਣ ਕੀ ਹੈ, ਫੀਡਰ 7 ਇੱਧਰੋਂ ਫਿੱਟ ਹੋ ਗਿਆ, ਉਹੀ ਜਿਹੜਾ ਫੀਡਰ 8 ਆ ਉਹ ਇਸ ਸਾਈਡ ਤੋਂ ਫਿੱਟ ਹੋ ਗਿਆ, ਤੇ ਆਹ ਵਾਲਾ ਸੈਕਸ਼ਨ ਜਿਹੜਾ ਟੋਟਲੀ ਆਈਸੋਲੇਟ ਹੋ ਗਿਆ, ਤੇ ਈਜ਼ੀਲੀ ਮੈਂ ਜਿਹੜਾ ਵੀ ਇੱਥੇ ਕੰਮ ਕਰਨਾ ਚਾਹਾਂ, ਮੇਨਟੇਨੈਂਸ ਕਰਨੀ ਚਾਹਾਂ, ਉਹ ਇੱਥੇ ਈਜ਼ੀਲੀ ਮੈਂ ਕਰ ਸਕਦਾ। ਹੁਣ ਇਹਦਾ ਡਿਸਐਡਵਾਂਟੇਜ ਕੀ, ਦੇਖੋ ਸਭ ਤੋਂ ਮੇਨ ਦਾ ਡਿਸਐਡਵਾਂਟੇਜ ਹੈ ਕੋਈ ਵੀ ਫਿਊਚਰ ਐਕਸਪੈਂਸ਼ਨ ਦੇ ਚਾਂਸਸ ਨਹੀਂ ਹੈਗੇ ਇਹਦੇ ਵਿੱਚ। ਦੇਖੋ ਇਹਦੇ ਵਿੱਚ ਜਿੰਨੀ ਵੀ ਚੀਜ਼ ਇੰਸਟਾਲ ਹੋ ਗਈ ਆ ਇਹ ਇੱਕ ਵਾਰ ਇੰਸਟਾਲ ਹੋ ਗਈ, ਇਹਦੇ ਵਿੱਚ ਆਪਾਂ ਕੋਈ ਆਲਟਰੇਸ਼ਨ ਨਹੀਂ ਕਰ ਸਕਦੇ, ਇਹਦੇ ਵਿੱਚ ਕੋਈ ਵੀ ਹੋਰ ਆਪਾਂ ਜਿਹੜੀ ਐਡੀਸ਼ਨ ਆ ਉਹ ਨਹੀਂ ਕਰ ਸਕਦੇ। ਹੁਣ ਜੇ ਫੀਡਰ 6 ਤੇ 5 ਦੇ ਵਿੱਚ ਮੈਂ ਕੋਈ ਫੀਡਰ ਕਵਾਂ ਵੀ ਮੈਂ ਕੱਢ ਦੇਵਾਂ, ਨਹੀਂ ਕੱਢ ਸਕਦਾ। ਸੋ ਇਹਦੇ ਵਿੱਚ ਕੀ ਆ ਕੋਈ ਵੀ ਫਿਊਚਰ ਐਕਸਪੈਂਸ਼ਨ ਦੇ ਚਾਂਸਸ ਜਿਹੜੇ ਆ ਉਹ ਨਹੀਂ ਨੇ। ਸੋ ਨੋ ਈਜ਼ੀ ਐਕਸਪੈਂਸ਼ਨ। So if circuit breaker of any section open it may cause overloading of other section। ਉਹ ਦੇਖੋ obvious ਆ ਕਿ ਜੇ ਹੁਣ ਮੇਰਾ ਪਹਿਲਾਂ ਇੱਕ ਸੈਕਸ਼ਨ ਇਹ ਜਿਹੜਾ ਸੀਗਾ, ਮੰਨ ਲਓ ਆਹੀ ਸੈਕਸ਼ਨ ਆ ਮੇਰਾ, ਠੀਕ ਆ, ਇਹ ਅੱਗੇ ਜੇ ਅਲਟਰਨੇਟਰ ਨਾਲ ਕਨੈਕਟਡ ਆ, ਅੱਗੇ ਕੀ ਸੀਗਾ ਇਹ ਜਿਹੜਾ ਸੈਕਸ਼ਨ ਸੀਗਾ ਇੱਕ ਫੀਡਰ 7 ਨੂੰ ਫਿੱਟ ਕਰ ਰਿਹਾ ਸੀ, ਦੂਸਰਾ ਕੀ ਸੀਗਾ 6 ਨੂੰ ਜਿਹੜਾ ਸੀਗਾ ਕਰ ਰਿਹਾ ਸੀਗਾ ਫਿੱਟ ਆ ਸੈਕਸ਼ਨ। ਸੋ ਹੁਣ ਕੀ ਹੋਇਆ, ਮੰਨ ਲਓ ਕਿਸੇ ਵਜ੍ਹਾ ਕਰਕੇ ਜਿਹੜਾ ਆ ਸੈਕਸ਼ਨ ਜਿਹੜਾ ਸੀਗਾ ਇੱਧਰੋਂ ਸਪਲਾਈ ਆਪਾਂ 6 ਨੂੰ ਇੱਧਰੋਂ ਸਪਲਾਈ ਦੇ ਰਹੇ ਸੀਗੇ, 7 ਨੂੰ ਇੱਧਰੋਂ ਸਪਲਾਈ ਦੇ ਰਹੇ ਸੀਗੇ। ਠੀਕ ਹੈ, 7 ਨੂੰ ਕੀ ਸੀ ਇੱਧਰੋਂ ਸਪਲਾਈ ਦੇ ਰਹੇ ਸੀ, 6 ਜਿਹੜਾ ਸੀ ਇਹਨੂੰ ਇੱਧਰੋਂ ਸਪਲਾਈ ਦੇ ਰਹੇ ਸੀ। ਹੁਣ ਕਿਸੇ ਵਜ੍ਹਾ ਕਰਕੇ ਆਹ ਸੈਕਸ਼ਨ ਬੰਦ ਹੋ ਗਿਆ ਮੇਰਾ, 652 ਸਰਕਟ ਬ੍ਰੇਕਰ ਮੰਨ ਲਓ ਬੰਦ ਹੋ ਗਿਆ ਮੇਰਾ, ਸਰਕਟ ਬ੍ਰੇਕਰ ਇਹ ਓਪਨ ਹੋ ਗਿਆ। ਹੁਣ ਫੀਡਰ 6 ਨੂੰ ਮੈਂ ਇੱਥੋਂ ਹੀ ਸਪਲਾਈ ਦੇ ਦਿੱਤੀ ਜਿੱਥੋਂ ਫੀਡਰ 7 ਨੂੰ ਸਪਲਾਈ ਮਿਲਦੀ ਸੀ ਨਾ, ਫੀਡਰ 7 ਨੂੰ ਜਿੱਥੋਂ ਸਪਲਾਈ ਮਿਲਦੀ ਸੀਗੀ 752 CB ਤੋਂ, ਇੱਥੋਂ ਹੀ ਮੈਂ ਕੀ ਕੀਤਾ ਫੀਡਰ 6 ਨੂੰ ਸਪਲਾਈ ਦੇਣੀ ਸ਼ੁਰੂ ਕਰਤੀ 752 ਤੋਂ ਹੀ। ਤਾਂ ਹੁਣ ਕੀ ਹੋਇਆ, ਕਿੱਥੇ ਮੇਰੇ ਕੋਲ ਇਸ ਜਿਹੜਾ ਸਰਕਟ ਬ੍ਰੇਕਰ ਆ 752 CB ਇੱਥੇ ਸੀਗਾ 100 ਐਂਪੀਅਰ ਲੋਡ, ਬਟ ਫੀਡਰ 6 ਵੀ ਹੁਣ ਮੈਂ ਇੱਥੇ ਕਨੈਕਟ ਕਰਤਾ ਤੇ ਇੱਥੇ ਕਿੰਨਾ ਹੋ ਗਿਆ, ਇੱਥੇ 200 ਐਂਪੀਅਰ ਲੋਡ ਹੋ ਗਿਆ, ਯਾਨੀ ਕਿ ਓਵਰਲੋਡਿੰਗ ਹੋ ਗਈ ਨਾ। ਸੋ ਇਹਦੇ ਜਿਹੜਾ ਇਹ ਵਾਲਾ ਅਰੇਂਜਮੈਂਟ ਆ ਨਾ, ਇਹਦੇ ਵਿੱਚ ਇਹ ਚਾਂਸ ਹੈਗੇ ਆ ਵੀ ਜਦੋਂ ਵੀ ਇੱਕ ਸੈਕਸ਼ਨ ਓਪਨ ਹੋ ਜਾਂਦਾ, ਕੋਈ ਵੀ ਇੱਕ ਸੈਕਸ਼ਨ ਓਪਨ ਹੋ ਜਾਂਦਾ, ਤਾਂ ਕੀ ਆ ਦੂਸਰਾ ਸੈਕਸ਼ਨ ਜਿਹੜਾ ਜਾਂ ਦੂਸਰਾ ਸਰਕਟ ਆ ਉਹਦੇ ਉੱਪਰ ਓਵਰਲੋਡਿੰਗ ਹੋ ਸਕਦੀ ਹੈ। ਸੇਮ ਹੀ ਇਸ ਸਰਕਟ ਦੇ ਵਿੱਚ ਵੀ ਦੇਖੋ, ਜੇ ਮੈਂ ਗੱਲ ਕਰਾਂ ਮੰਨ ਲਓ ਫੀਡਰ 2 ਨੂੰ ਮੈਂ ਇੱਧਰੋਂ ਸਪਲਾਈ ਦੇ ਰਿਹਾ 252 ਤੋਂ, ਤੇ ਫੀਡਰ 3 ਨੂੰ ਮੈਂ 352 ਤੋਂ ਸਪਲਾਈ ਦੇ ਰਿਹਾ। ਮੰਨ ਲਓ ਕਿ ਕਿਸੇ ਵਜ੍ਹਾ ਕਰਕੇ ਜਿਹੜਾ 252 ਹੈ ਇਹ ਬੰਦ ਹੋ ਜਾਂਦਾ ਜਾਂ ਮੇਨਟੇਨੈਂਸ ਦੀ ਲੋੜ ਪੈਂਦੀ, ਤਾਂ ਮੈਂ ਲੋਡ ਜਿਹੜਾ ਆ ਫੀਡਰ 2 ਦਾ 352 'ਤੇ ਸ਼ਿਫਟ ਕਰ ਦਿੰਦਾ। ਹੁਣ 352 ਤੇ ਪਹਿਲਾਂ ਕੀ ਸੀਗਾ ਫੀਡਰ 3 ਦਾ ਹੀ ਸਿਰਫ ਸੀਗਾ ਲੋਡ, ਬਟ ਹੁਣ ਉੱਤੇ ਫੀਡਰ 2 ਦਾ ਵੀ ਲੋਡ ਆ ਗਿਆ। ਸੋ ਉਹਦੇ ਕਰਕੇ ਕੀ ਹੋਇਆ, ਜਿਹੜਾ ਮੇਰਾ ਸਰਕਟ ਸੀਗਾ ਟੋਟਲ ਬੱਸ ਬਾਰ ਇਨਕਲੂਡਿੰਗ ਸਰਕਟ ਬ੍ਰੇਕਰ ਕੀ ਆ ਓਵਰਲੋਡ ਹੋ ਗਿਆ। ਸੋ ਇਹ ਸੀਗਾ ਰਿੰਗ ਮੇਨ ਸਿਸਟਮ। ਨੈਕਸਟ ਮੇਰੇ ਕੋਲ ਆ ਜਾਂਦਾ ਆ ਡੁਪਲੀਕੇਟ ਬੱਸ ਬਾਰ ਸਿਸਟਮ। ਹੁਣ ਦੇਖੋ ਨਾਮ ਤੋਂ ਹੀ ਪਤਾ ਲੱਗਦਾ ਡੁਪਲੀਕੇਟ ਬੱਸ ਬਾਰ। ਡੁਪਲੀਕੇਟ ਬੱਸ ਬਾਰ ਦੇ ਵਿੱਚ ਆਪਾਂ ਕੀ ਕਰਾਂਗੇ, ਇੱਕ ਆ ਦੇਖੋ ਮੇਨ ਮੇਰੇ ਕੋਲ ਬੱਸ ਬਾਰ ਆ ਮੇਰੇ ਕੋਲ ਕੀ ਆ ਮੇਨ ਬੱਸ ਬਾਰ ਆ, ਤੇ ਇੱਕ ਆਪਾਂ ਕੀ ਆ ਥੱਲੇ ਉਹਦੇ ਸਪੇਅਰ ਬੱਸ ਬਾਰ ਯੂਜ਼ ਕੀਤੀ ਹੈ, ਯਾਨੀ ਕਿ ਇੱਕ ਡੁਪਲੀਕੇਟ ਬੱਸ ਬਾਰ ਥੱਲੇ ਇੰਸਟਾਲ ਕਰਤੀ। ਇਹ ਕਿਉਂ ਇੰਸਟਾਲ ਕੀਤੀ, ਤਾਂ ਕਿ ਮੰਨ ਲਓ ਜੇ ਮੇਨ ਬੱਸ ਬਾਰ 'ਤੇ ਮੇਨਟੇਨੈਂਸ ਕਰਨੀ ਆ ਜਾਂ ਮੈਂ ਇਹਦੇ ਵਿੱਚ ਕੋਈ ਫਾਲਟ ਆ ਗਿਆ, ਤਾਂ ਮੈਂ ਕੀ ਕਰਾਂ ਆਹ ਆਈਸੋਲੇਟਰ ਕਲੋਜ਼ ਕਰਕੇ ਤਾਂ ਜਿਹੜਾ ਸਪੇਅਰ ਮੇਰੇ ਕੋਲ ਹੈਗੀ ਆ ਬੱਸ ਬਾਰ ਜਾਂ ਡੁਪਲੀਕੇਟ ਬੱਸ ਬਾਰ ਆ ਇੱਥੋਂ ਮੈਂ ਸਪਲਾਈ ਦੇ ਸਕਾਂ। ਬਟ ਇਹਦੀ ਵੀ ਇੱਕ ਡਿਸਐਡਵਾਂਟੇਜ ਆ ਜਾਂਦੀ ਹੈ ਕਿ ਦੇਖੋ ਪੂਰੀ ਦੀ ਪੂਰੀ ਤੁਹਾਨੂੰ ਬੱਸ ਬਾਰ ਜਿਹੜੀ ਆ ਉਹ ਨਵੀਂ ਲਾਉਣੀ ਪੈਣੀ, ਇੱਕ ਪੂਰੀ ਦੀ ਪੂਰੀ ਬੱਸ ਬਾਰ ਜਿਹੜੀ ਆ ਉਹ ਕੀ ਕਰਨੀ ਪੈਣੀ ਆ, ਨਵੀਂ ਤੁਹਾਨੂੰ ਲਗਾਉਣੀ ਪੈਣੀ ਆ, ਨਾਲ ਬੱਸ ਕਪਲਰ ਵੀ ਤੁਹਾਨੂੰ ਇੱਕ ਲਗਾਉਣਾ ਪੈਣਾ ਹੈ। ਠੀਕ ਆ, ਬੱਸ ਕਪਲਰ ਸਰਕਟ ਬ੍ਰੇਕਰ ਜਿਹੜੇ ਇਹ ਲਗਾਉਣੇ ਪੈਣੇ ਆ ਤਾਂ ਕਿ ਸਪਲਾਈ ਜਿਹੜੀ ਸ਼ਿਫਟ ਹੋ ਸਕੇ ਸਪੇਅਰ ਤੋਂ ਮੇਨ 'ਤੇ। ਸੋ ਇਹ ਜਿਹੜਾ ਸਿਸਟਮ ਹੈ ਇਹਦੇ ਕੀ ਐਡਵਾਂਟੇਜ ਹੁੰਦੇ ਆਪਾਂ ਪੜ੍ਹਦੇ ਹਾਂ ਹੁਣ। ਇਹ ਫਾਲਟ ਅਕਰ ਔਨ ਵਨ ਬੱਸ ਬਾਰ ਸਪਲਾਈ ਕੈਨ ਵੀ, ਇਹ ਤਾਂ ਦੇਖੋ ਇਹ ਤਾਂ ਸਭ ਤੋਂ ਬੇਸਿਕ ਚੀਜ਼ ਹੈ, ਤੁਹਾਨੂੰ ਸਟਾਰਟਿੰਗ 'ਚ ਦੱਸੀ ਹੈ ਕਿ ਜੇ ਮੰਨ ਲਓ ਮੇਨ ਬੱਸ ਬਾਰ 'ਤੇ ਕੋਈ ਫਾਲਟ ਆਉਂਦਾ ਤਾਂ ਆਪਾਂ ਸਪੇਅਰ ਬੱਸ ਬਾਰ ਤੋਂ ਕੀ ਆ ਆਈਸੋਲੇਟਰ ਕਲੋਜ਼ ਕਰਕੇ ਸਿੰਪਲੀ ਜਿਹੜਾ ਆ ਸਪਲਾਈ ਦੇ ਸਕਦੇ ਹਾਂ। ਸੋ ਆਹ ਵਾਲੇ ਦੇਖੋ ਇੱਥੋਂ ਆਪਣਾ ਕੀ ਹੈ ਇਹਨੂੰ ਕਲੋਜ਼ ਕਰਾਂਗੇ, ਇੱਧਰੋਂ ਇਹਨੂੰ ਕਲੋਜ਼ ਕਰਾਂਗੇ, ਇੱਧਰੋਂ ਵੀ ਕਲੋਜ਼ ਕਰਕੇ ਆਪਾਂ ਸਪਲਾਈ ਈਜ਼ੀਲੀ ਚਲਾ ਸਕਦੇ।
Next, while repairing main bus bar need not to be interrupted, supply need not to be interrupted because load can be transferred to auxiliary bus bar or spare bus bar। ਜੇ ਆਪਾਂ ਮੇਨਟੇਨੈਂਸ ਵੀ ਕਰਨੀ ਆ ਤਾਂ ਵੀ ਆਪਾਂ ਕੀ ਹੈ ਸਪੇਅਰ ਬੱਸ ਬਾਰ 'ਤੇ ਲੋਡ ਪਾ ਕੇ ਕਰ ਸਕਦੇ ਹਾਂ। ਨੈਕਸਟ, ਟੈਸਟਿੰਗ ਕੈਨ ਬੀ ਡਨ ਬਾਈ ਕੀਪਿੰਗ ਮੇਨ ਬੱਸ ਬਾਰ ਅਨਡਿਸਟਰਬਡ। ਯਾਨੀ ਕਿ ਜੇ ਮੈਂ ਮੰਨ ਲਓ ਆਪਣੇ ਸਿਸਟਮ ਦੀ ਟੈਸਟਿੰਗ ਵੀ ਕਰਨੀ ਤਾਂ ਮੇਨ ਬੱਸ ਬਾਰ 'ਚ ਸਪਲਾਈ ਚਲੀ ਜਾਵੇ, ਕੋਈ ਗੱਲ ਨਹੀਂ, ਆਪਾਂ ਸਪੇਅਰ ਬੱਸ ਬਾਰ ਤੋਂ ਟੈਸਟਿੰਗ ਕਰ ਸਕਦੇ ਹਾਂ ਆਪਣੇ ਸਿਸਟਮ ਦੀ ਬੱਸ ਬਾਰ ਸਹੀ ਤਰੀਕੇ ਨਾਲ ਕੰਮ ਕਰਦੀ ਕਿ ਨਹੀਂ। ਨੈਕਸਟ, ਨਿਊ ਫੀਡਰ ਕੈਨ ਬੀ ਕਨੈਕਟਡ ਟੂ ਬੱਸ ਬਾਰ ਵਿਦਾਊਟ ਡਿਸਟਰਬਿੰਗ ਦ ਐਗਜ਼ਿਸਟਿੰਗ ਸਿਸਟਮ। ਯਾਨੀ ਕਿ ਜੇ ਮੈਂ ਨਵਾਂ ਬੱਸ ਬਾਰ ਵੀ ਨਵਾਂ ਕੋਈ ਫੀਡਰ ਵੀ ਜਿਹੜਾ ਕਨੈਕਟ ਕਰਨਾ ਇਸ ਬੱਸ ਬਾਰ ਦੇ ਨਾਲ ਤਾਂ ਮੈਂ ਈਜ਼ੀਲੀ ਜਿਹੜਾ ਉਹਨੂੰ ਕਨੈਕਟ ਕਰ ਸਕਦਾ ਸਾਰੀ ਸਪਲਾਈ ਨੂੰ ਡਿਸਟਰਬ ਕੀਤੇ ਬਿਨਾਂ। ਸੋ ਇਹ ਜਿਹੜੇ ਇਹਦੇ ਐਡਵਾਂਟੇਜਸ ਆ ਡੁਪਲੀਕੇਟ ਬੱਸ ਬਾਰ ਸਿਸਟਮ ਦੇ। ਸੋ ਇਹ ਸੀਗਾ ਆਪਣਾ ਅੱਜ ਦਾ ਟੌਪਿਕ, ਜਿਹਦੇ ਵਿੱਚ ਆਪਾਂ ਕੀ ਕੀਤਾ 4 ਬੱਸ ਬਾਰ ਅਰੇਂਜਮੈਂਟ ਸਟੱਡੀ ਕੀਤੇ ਆ, ਜਿਹਦੇ ਵਿੱਚ ਫਸਟ ਸੀਗਾ ਸਿੰਗਲ ਬੱਸ ਬਾਰ ਸਿਸਟਮ। ਠੀਕ ਆ, ਸਿੰਗਲ ਬੱਸ ਬਾਰ ਸਿਸਟਮ ਦੀ ਸਭ ਤੋਂ ਮੇਜਰ ਡਿਸਐਡਵਾਂਟੇਜ ਕੀ ਸੀ ਆਪਣੇ ਕੋਲ ਕਿ ਜਿਹੜਾ ਇਹ ਸਿਸਟਮ ਸੀਗਾ ਇਹਨੂੰ ਆਪਾਂ ਫਾਲਟੀ ਕੰਡੀਸ਼ਨ ਦੇ ਵਿੱਚ ਕੀ ਆ ਇਹ ਪ੍ਰੋਬਲਮ ਕ੍ਰੀਏਟ ਕਰ ਦਿੰਦਾ ਸੀ, ਬਿਕੋਜ਼ ਜਦੋਂ ਮੇਨਟੇਨੈਂਸ ਕਰਨੀ ਆ ਜਾਂ ਫਾਲਟ ਆਉਣਾ ਤਾਂ ਸਾਰੇ ਦਾ ਸਾਰਾ ਸਿਸਟਮ ਬੰਦ ਹੋ ਜਾਂਦਾ ਸੀ, ਸਾਰੀ ਸਪਲਾਈ ਬੰਦ ਹੋ ਜਾਂਦੀ ਸੀ, ਜਿਹਦੇ ਕਰਕੇ ਕੀ ਹੁੰਦਾ ਸੀਗਾ ਮੈਨੂੰ ਪ੍ਰੋਬਲਮ ਆਉਂਦੀ ਸੀ ਕਿ ਮੇਰੀ ਸਪਲਾਈ ਜਿਹੜੀ ਹੈ ਪਰਟੀਕੂਲਰ ਸੈਕਸ਼ਨ 'ਚ ਵੀ ਪ੍ਰੋਬਲਮ ਹੋਈ ਤਾਂ ਵੀ ਸਾਰੇ ਦਾ ਸਾਰੀ ਸਪਲਾਈ ਬੰਦ ਹੁੰਦੀ ਆ, ਜਿਹਦੇ ਕਰਕੇ ਮੇਰਾ ਕੀ ਆ ਲੋਸ ਹੁੰਦਾ ਸੀ ਬਹੁਤ। ਐਡਵਾਂਟੇਜਸ ਵਗੈਰਾ ਆਪਾਂ ਸਟੱਡੀ ਕੀਤੇ। ਦੈਨ ਸਿੰਗਲ ਬੱਸ ਬਾਰ ਸਿਸਟਮ ਆ ਗਿਆ। ਸੋ ਸਿੰਗਲ ਬੱਸ ਬਾਰ ਸਿਸਟਮ ਜਿਹੜਾ ਸੀ ਉਹਨੂੰ ਹੀ ਥੋੜ੍ਹਾ ਜਿਹਾ ਆਪਾਂ ਕੀ ਕੀਤਾ ਇੱਥੇ ਮੋਡੀਫਾਈ ਕਰਤਾ ਸੀ, ਸਿੰਗਲ ਬੱਸ ਬਾਰ ਸਿਸਟਮ ਨੂੰ ਹੀ ਥੋੜ੍ਹਾ ਜਿਹਾ ਮੋਡੀਫਾਈ ਕਰਤਾ ਸੀ। ਕਿੱਦਾਂ ਕੀਤਾ ਮੋਡੀਫਾਈ? ਆਪਾਂ ਉਹਨੂੰ ਕੀ ਕੀਤਾ ਸੈਕਸ਼ਨਲਾਈਜੇਸ਼ਨ ਕਰਤੀ, ਉੱਥੇ ਉਹਦੇ ਸੈਕਸ਼ਨਸ ਬਣਾਤੇ ਆਪਾਂ। ਸੋ ਹੁਣ ਇੱਥੇ ਦੇਖੋ ਆਪਾਂ ਸੈਕਸ਼ਨਸ ਬਣਾਤੇ ਆ, ਅਤੇ ਸੈਕਸ਼ਨ ਬਣਾਉਣ ਵਾਸਤੇ ਆਪਾਂ ਕੀ ਕੀਤਾ ਜਿਹੜੀ ਬੱਸ ਬਾਰ ਸੀਗੀ ਇਹਦੇ ਸੈਂਟਰ ਦੇ ਵਿੱਚ ਆਪਾਂ ਇੱਕ ਸਰਕਟ ਬ੍ਰੇਕਰ ਲਗਾ ਕੇ ਦੋਨੋਂ ਪਾਸੇ ਆਈਸੋਲੇਟਰ ਲਗਾ ਦਿੱਤੇ। ਸੋ ਹੁਣ ਇਹਦਾ ਮੈਨੂੰ ਕੀ ਐਡਵਾਂਟੇਜ ਹੋਇਆ ਕਿ ਮੰਨ ਲਓ ਮੈਂ ਇੱਕ ਆਪਣੇ ਲੈਫਟ ਵਾਲੇ ਸੈਕਸ਼ਨ ਦੀ ਜੇ ਮੇਨਟੇਨੈਂਸ ਕਰਨੀ ਆ ਤਾਂ ਮੈਂ ਕੀ ਕਰੂੰਗਾ ਸਿਰਫ ਲੈਫਟ ਵਾਲਾ ਆਈਸੋਲੇਟਰ ਓਪਨ ਕਰੂੰਗਾ, ਰਾਈਟ ਵਾਲੇ ਨੂੰ ਕਲੋਜ਼ ਹੀ ਰਹਿਣ ਦੂੰਗਾ ਅਤੇ ਮੇਰਾ ਜਿਹੜਾ ਰਾਈਟ ਸੈਕਸ਼ਨ ਆ ਇਹ ਚੱਲੀ ਜਾਊਗਾ, ਲੈਫਟ ਸੈਕਸ਼ਨ ਜਿਹੜਾ ਉੱਤੇ ਮੈਂ ਕੰਮ ਕਰ ਸਕਦਾ। ਸਿਮਿਲਰਲੀ ਵਾਈਸ ਵਰਸਾ ਜੇ ਮੈਂ ਇੱਧਰ ਕਰਨੀ ਆ ਤਾਂ ਮੈਂ ਇੱਧਰ ਵਾਲੇ ਅਤੇ ਇੱਧਰ ਵਾਲੇ ਜੇ ਮੈਂ ਇੱਧਰ ਦੀ ਮੇਨਟੇਨੈਂਸ ਕਰਨੀ ਆ ਜਾਂ ਇੱਧਰਲੇ ਫੀਡਰ 'ਤੇ ਕੋਈ ਫਾਲਟ ਆਇਆ ਤਾਂ ਮੈਂ ਇੱਧਰ ਇਹਨੂੰ ਕਲੋਜ਼ ਰਹਿਣ ਦੂੰਗਾ, ਇੱਧਰ ਕੀ ਹੋਣਾ ਮੇਰਾ ਆਈਸੋਲੇਟਰ ਓਪਨ ਕਰਕੇ ਮੈਂ ਮੇਨਟੇਨੈਂਸ ਕਰ ਸਕਦਾ। ਬਾਕੀ ਜੇ ਮੰਨ ਲਓ ਇੱਧਰ ਫਾਲਟ ਆਉਂਦਾ ਤਾਂ ਸਰਕਟ ਬ੍ਰੇਕਰ ਇੱਧਰੋਂ ਓਪਨ ਹੋ ਜਾਊਗਾ, ਇੱਧਰੋਂ ਫਾਲਟ ਆਉਂਦਾ ਤਾਂ ਇੱਧਰੋਂ ਓਪਨ ਹੋ ਜਾਊਗਾ ਅਤੇ ਆਪਣਾ ਦੂਸਰਾ ਜਿਹੜਾ ਸੈਕਸ਼ਨ ਆ ਉਹ ਕੋਈ ਇਫੈਕਟ ਨਹੀਂ ਹੋਊਗਾ। ਫਿਰ ਇਹ 'ਚ ਇੱਕ ਹੋਰ ਐਡਵਾਂਟੇਜ ਮੇਰੇ ਕੋਲ ਜੁੜ ਗਿਆ ਸੀਗਾ ਕਿ ਫਿਊਚਰ ਐਕਸਪੈਂਸ਼ਨ ਜੇ ਮੈਂ ਕਰਨੀ ਆ ਉਹ ਈਜ਼ੀ ਸੀਗੀ। ਇਹਦੇ ਵਿੱਚ ਫਿਊਚਰ ਦੇ ਵਿੱਚ ਆਪਾਂ ਕੋਈ ਮੰਨ ਲਓ ਜਨਰੇਟਰ ਲਗਾਉਣਾ ਆ ਜਾਂ ਸਰਕਟ ਬ੍ਰੇਕਰ ਲਾਉਣਾ ਤਾਂ ਮੈਂ ਈਜ਼ੀਲੀ ਲਗਾ ਸਕਦਾ। ਨੈਕਸਟ ਫਿਰ ਮੇਰੇ ਕੋਲ ਇਹਦੀ ਡਿਸਐਡਵਾਂਟੇਜ ਇੱਕ ਆ ਗਈ ਸੀਗੀ ਕਿ ਇਹਦੇ ਵਿੱਚ ਕੋਸਟ ਇਨਕਰੀਜ਼ ਹੋ ਜਾਂਦੀ ਸੀ ਸਰਕਟ ਬ੍ਰੇਕਰ ਅਤੇ ਆਈਸੋਲੇਟਰ ਐਡੀਸ਼ਨਲ ਲੱਗਣ ਕਰਕੇ। ਉਹ ਫਿਰ ਆਪਾਂ ਰਿੰਗ ਮੇਨ ਬੱਸ ਬਾਰ ਇੰਟਰੋਡਿਊਸ ਕੀਤਾ, ਜਿਹਦੇ ਵਿੱਚ ਕੀ ਸੀ ਇੱਕ ਰਿੰਗ ਸ਼ੇਪ ਹੁੰਦੀ ਸੀ ਜਾਂ ਮੈਸ਼ ਸ਼ੇਪ ਹੁੰਦੀ ਸੀਗੀ, ਜਿਹਦੇ ਵਿੱਚ ਕੀ ਹੁੰਦਾ ਸੀ ਉਨੇ ਹੀ ਸਰਕਟ ਬ੍ਰੇਕਰ ਆਪਾਂ ਯੂਜ਼ ਕਰਦੇ ਸੀ ਜਿੰਨੇ ਆਪਾਂ ਸਿੰਗਲ ਬੱਸ ਬਾਰ ਸਿਸਟਮ 'ਚ ਕਰਦੇ ਸੀ। ਬਟ ਇਹਦੇ ਵਿੱਚ ਕੀ ਸੀਗਾ ਇੱਕ ਜਿਹੜਾ ਫੀਡਰ ਹੁੰਦਾ ਸੀ ਉਹ ਦੋ ਸਾਈਡ ਤੋਂ ਕੀ ਹੁੰਦਾ ਸੀ ਉਹਨੂੰ ਸਪਲਾਈ ਮਿਲਦੀ ਹੁੰਦੀ ਸੀ। ਜੇ ਇੱਕ ਸਾਈਡ ਜਿਹੜੀ ਆ ਬੰਦ ਵੀ ਹੋ ਜਾਂਦੀ ਸੀ ਤਾਂ ਆਪਾਂ ਦੂਸਰੀ ਸਾਈਡ ਤੋਂ ਜਿਹੜੀ ਸੀਗੀ ਸਪਲਾਈ ਚੱਕ ਕੇ ਅਤੇ ਆਪਣਾ ਜਿਹੜਾ ਫੀਡਰ ਸੀਗਾ ਉਹਨੂੰ ਈਜ਼ੀਲੀ ਜਿਹੜਾ ਸੀ ਚਲਾ ਸਕਦੇ। Similarly, in case of maintenance, if I want to maintain one section, the supply can be maintained from other section. ਸੋ ਇਹਦੇ ਵਿੱਚ ਡਿਸਐਡਵਾਂਟੇਜ ਫਿਰ ਆਪਣੇ ਕੋਲ ਆ ਜਾਂਦੀ ਹੈ ਕਿ ਫਿਊਚਰ ਐਕਸਪੈਂਸ਼ਨ ਈਜ਼ੀ ਨਹੀਂ ਆ ਆਪਾਂ ਨੂੰ। ਜੇ ਮੰਨ ਲਓ ਫਿਊਚਰ 'ਚ ਕੋਈ ਮੈਂ ਇਹਦੇ ਵਿੱਚ ਫੀਡਰ ਐਡ ਕਰਨਾ ਜਾਂ ਜਨਰੇਟਰ ਐਡ ਕਰਨਾ ਤਾਂ ਉਹ ਥੋੜ੍ਹਾ ਜਿਹਾ ਜਿਹੜਾ ਆ ਟਫ ਚੀਜ਼ ਹੋ ਜਾਂਦੀ ਸੀਗੀ ਇਹਦੇ ਵਿੱਚ, ਉਹ ਇੰਨਾ ਈਜ਼ੀ ਨਹੀਂ ਸੀ। ਬਾਕੀ ਸਪਲਾਈ ਜਿਹੜੀ ਆਪਾਂ ਕਿਸੇ ਵੀ ਸਾਈਡ ਤੋਂ ਜਨਰੇਟਰ ਜਿਹੜਾ ਮੰਨ ਲਓ ਜਨਰੇਟਰ ਇੱਥੇ ਵੀ ਕਨੈਕਟ ਕਰ ਸਕਦਾ ਮੈਂ ਜਾਂ ਚਾਹਵਾਂ ਜਨਰੇਟਰ ਇੱਥੇ ਵੀ ਕਨੈਕਟ ਕਰ ਸਕਦਾ, ਬਿਕੋਜ਼ ਜਿਹੜੇ ਮੰਨ ਲਓ ਇੱਥੇ ਵੀ ਜਨਰੇਟਰ ਕਨੈਕਟ ਕੀਤਾ ਸਪਲਾਈ ਜਿਹੜੀ ਉਹਦੇ ਸਾਰੇ ਪਾਸੇ ਜਾਊਗੀ, ਇੱਧਰ ਵੀ ਕਨੈਕਟ ਕੀਤਾ ਸਾਰੇ ਪਾਸੇ ਜਾਊਗੀ। ਬਾਕੀ ਇਹਦੇ ਵਿੱਚ ਇੱਕ ਹੋਰ ਮੇਰੇ ਕੋਲ ਡਿਸਐਡਵਾਂਟੇਜ ਆ ਗਿਆ ਸੀਗਾ ਕਿ ਮੰਨ ਲਓ ਜਿੱਦਾਂ ਇਸ ਫੀਡਰ ਦੇ ਵਿੱਚ ਮੈਂ ਕੋਈ ਮੇਰੇ ਕੋਲ ਇਹ ਜਿਹੜਾ 852 ਆ 8 ਨੰਬਰ ਸਰਕਟ ਬ੍ਰੇਕਰ ਆ 8 ਫੀਡਰ ਨੂੰ ਜਿਹੜਾ ਆ ਸਪਲਾਈ ਦੇ ਰਿਹਾ, ਠੀਕ ਆ, ਤਾਂ ਮੈਂ ਤੇ ਮੇਨਟੇਨੈਂਸ ਕਰਨੀ ਆ ਮੈਂ ਇਹਨੂੰ ਕਲੋਜ਼ ਕਰਤਾ। ਹੁਣ ਕੀ ਆ ਦੂਸਰੇ 1 ਤੋਂ ਮੈਂ 8 ਨੂੰ ਸਪਲਾਈ ਦਊਂਗਾ ਸਰਕਟ ਬ੍ਰੇਕਰ 1 ਤੋਂ, ਤਾਂ ਇਹ ਕੀ ਹੈ ਸਰਕਟ ਬ੍ਰੇਕਰ ਨੂੰ ਓਵਰਲੋਡ ਕਰ ਦਿੰਦਾ ਸੀ। ਯਾਨੀ ਕਿ ਇੱਥੇ ਕੀ ਆ ਮੇਰੇ ਕੋਲ ਓਵਰਲੋਡਿੰਗ ਦੀ ਪ੍ਰੋਬਲਮ ਜਿਹੜੀ ਹੈ ਇਹ ਵੀ ਆ ਜਾਂਦੀ ਸੀ ਕਈ ਵਾਰ। ਸੋ ਇਹ ਮੋਸਟਲੀ ਜਿਹੜੀ ਓਵਰਲੋਡਿੰਗ ਦੀ ਪ੍ਰੋਬਲਮ ਆ ਜੇ ਤਾਂ ਆਪਣਾ ਵਿੰਟਰ ਚੱਲ ਰਹੇ ਆ ਵਿੰਟਰਸ ਚੱਲ ਰਹੇ ਆ ਤਾਂ ਉਸ ਟਾਈਮ 'ਤੇ ਇੰਨੀ ਪ੍ਰੋਬਲਮ ਨਹੀਂ ਆਉਂਦੀ, ਬਟ ਸਮਰਸ ਦੇ ਟਾਈਮ ਦੇ ਉੱਪਰ ਕੀ ਹੁੰਦਾ ਲੋਡ ਜਿਹੜਾ ਹੁੰਦਾ ਜ਼ਿਆਦਾ ਹੁੰਦਾ, ਪੀਕ ਲੋਡ ਵੀ ਕਾਫੀ ਹੁੰਦਾ ਮਤਲਬ ਕਿ ਲੋਡ। ਸੋ ਉਸ ਟਾਈਮ ਦੇ ਉੱਪਰ ਜਿਹੜੀ ਹੈ ਇਹ ਪ੍ਰੋਬਲਮ ਆ ਸਕਦੀ ਹੈ ਲੋਡ ਵਾਲੀ ਜਿਹੜੀ ਪ੍ਰੋਬਲਮ ਆ। ਸੋ ਉਸ ਤੋਂ ਬਾਅਦ 'ਚ ਮੈਂ ਡੁਪਲੀਕੇਟ ਬੱਸ ਬਾਰ ਸਿਸਟਮ ਇੰਟਰੋਡਿਊਸ ਕੀਤਾ, ਜਿਹਦੇ ਵਿੱਚ ਆਪਾਂ ਕੀ ਕੀਤਾ ਇੱਕ ਬੱਸ ਬਾਰ ਹੀ ਆਪਾਂ ਹੋਰ ਲਗਾਤੀ ਨਾਲ ਸਿਸਟਮ ਦੇ। ਸੋ ਇੱਕ ਹੋਰ ਬੱਸ ਬਾਰ ਲੱਗਣ ਕਰਕੇ ਕੀ ਹੋਇਆ ਕਿ ਮੈਨੂੰ ਇੱਕ ਸਪੇਅਰ ਬੱਸ ਬਾਰ ਮਿਲ ਗਈ, ਆਕਸਿਲਰੀ ਬੱਸ ਬਾਰ ਮਿਲ ਗਈ। ਮੈਂ ਜਦੋਂ ਵੀ ਆਪਣਾ ਲੋਡ ਚਾਹਵਾਂ ਸ਼ਿਫਟ ਕਰ ਸਕਦਾ ਸੀ ਮੇਨ ਤੋਂ ਸਪੇਅਰ 'ਤੇ, ਸਪੇਅਰ ਤੋਂ ਮੇਨ 'ਤੇ, ਜਿੱਦਾਂ ਵੀ ਮੈਨੂੰ ਰਿਕੁਆਇਰਮੈਂਟ ਹੈਗੀ ਆ।
ਜੇ ਮੰਨ ਲਓ ਮੈਨੂੰ ਲੱਗ ਰਿਹਾ ਕਿ ਮੈਂ ਇੱਕ ਮੇਨ ਦੀ ਜਿਹੜੀ ਰਿਪੇਅਰ ਕਰਨੀ ਹੈ ਤਾਂ ਸਪੇਅਰ 'ਤੇ ਲੋਡ ਆਪਾਂ ਕਰ ਲੈਣਾ। ਜੇ ਸਪੇਅਰ ਤਾਂ ਚਲੋ ਹੈ ਹੀ ਅਲੱਗ ਹੀ ਹੈ ਨਾ, ਜੇ ਮੇਨ 'ਤੇ ਫਾਲਟ ਹੁੰਦਾ ਤਾਂ ਵੀ ਸਪੇਅਰ ਤਾਂ ਆਪਾਂ ਕਰ ਲੈਣਾ। ਬਾਕੀ ਇਹਦੇ ਵਿੱਚ ਇਹੀ ਹੈ ਕਿ ਇੱਕ ਕੋਸਟ ਜਿਹੜੀ ਐਡੀਸ਼ਨ ਇਨਕਰੀਜ਼ ਹੋ ਜਾਂਦੀ ਹੈ ਸਪੇਅਰ ਯੂਜ਼ ਕਰਨਾ, ਬਟ ਰਿਲਾਈਬਿਲਿਟੀ ਵੀ ਜਿਹੜੀ ਆਪਣੀ ਇਨਕਰੀਜ਼ ਹੁੰਦੀ ਆ। ਸੋ ਇਸ ਕਰਕੇ ਜਿਹੜਾ ਆਪਾਂ ਇਹਨੂੰ ਮੈਥਡ ਨੂੰ ਵੀ ਕਾਫੀ ਯੂਜ਼ ਕਰਦੇ ਹਾਂ। ਸੋ ਇਹ ਅੱਜ ਦੇ ਆਪਣੇ ਸੀਗੇ ਟੌਪਿਕ ਸੀ ਅੱਜ ਦਾ। ਬਾਕੀ ਜਿਹੜਾ ਆਪਾਂ ਹੁਣ ਨੈਕਸਟ ਜਿਹੜਾ ਕਰਨਾ ਉਹਦੇ ਵਿੱਚ ਆਪਾਂ ਸਬ ਸਟੇਸ਼ਨਸ ਜਿਹੜੇ ਆ ਸਟਾਰਟ ਕਰਨੇ ਆ ਨੈਕਸਟ ਟੌਪਿਕ ਦੇ ਵਿੱਚ। ਸੋ ਉਹਦੇ ਵਿੱਚ ਆਪਾਂ ਦੇਖਾਂਗੇ ਕਿ ਸਬ ਸਟੇਸ਼ਨ ਕੀ ਚੀਜ਼ ਹੁੰਦੀ ਆ, ਸਬ ਸਟੇਸ਼ਨ ਜਿਹੜਾ ਹੁੰਦਾ ਉਹ ਕਿੰਨੇ ਤਰ੍ਹਾਂ ਦਾ ਹੁੰਦਾ। ਮੋਸਟਲੀ ਤੁਹਾਨੂੰ ਮੈਂ ਸਬ ਸਟੇਸ਼ਨ ਜਿਹੜੇ ਆ ਲਾਸਟ ਟਾਈਮ ਵੀ ਕਰਵਾਏ ਸੀਗੇ, ਤੁਸੀਂ ਕੀਤੇ ਆ ਲਾਸਟ ਟਾਈਮ, ਆਊਟਡੋਰ ਅਤੇ ਪੋਲ ਮਾਊਂਟਡ ਸਬ ਸਟੇਸ਼ਨ। ਇੱਕ ਵਾਰ ਫਿਰ ਦੁਬਾਰਾ ਤੁਹਾਨੂੰ ਉਹ ਸਾਰੀ ਚੀਜ਼ ਸਟੱਡੀ ਕਰਵਾ ਦੇਵਾਂਗੇ। ਆਪਣੇ ਕਾਲਜ ਦੇ ਵਿੱਚ ਵੀ ਬਾਹਰ ਜਿਹੜਾ ਇੱਕ 2 ਪੋਲਸ ਦੇ ਵਿੱਚ ਟਰਾਂਸਫਾਰਮਰ ਲੱਗਾ ਉਹੀ ਪੋਲ ਮਾਊਂਟਡ ਸਬ ਸਟੇਸ਼ਨ ਹੁੰਦਾ, ਉਹ ਆਪਾਂ ਇੱਕ ਵਾਰ ਦੁਬਾਰਾ ਵੀ ਸਟੱਡੀ ਕਰ। ਬਾਕੀ ਇਸ ਤੋਂ ਇਲਾਵਾ ਇਹਦੇ ਵਿੱਚ ਆਪਾਂ ਸਟੱਡੀ ਕਰਨਾ ਆ ਕਿ ਆਪਣੇ ਜਿਹੜੇ ਸਬ ਸਟੇਸ਼ਨ ਹੁੰਦੇ ਉੱਥੇ ਇਕਵਿਪਮੈਂਟ ਕਿਹੜੇ ਤਰ੍ਹਾਂ ਦੇ ਆਪਾਂ ਯੂਜ਼ ਕਰਦੇ ਹਾਂ, ਉਹ ਵੀ ਆਪਾਂ ਕਰਾਂਗੇ। ਉਹ ਸਾਰਾ ਨੈਕਸਟ ਲੈਕਚਰ 'ਚ ਕਰਾਂਗੇ। ਉਹ ਅੱਜ ਦੇ ਆਪਣੇ ਇੰਨੇ ਟੌਪਿਕ ਹੈ, ਇਹ ਤੁਸੀਂ ਆਪਣੀ ਨੋਟਬੁੱਕ ਦੇ ਉੱਪਰ ਨੋਟ ਕਰ ਲਿਓ। ਥੈਂਕ ਯੂ।